वाहेगुरु जी का खालसा वाहेगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਬਲਿਓ ਚਿਰਾਗ ਕਿਤਾਬ ਦਾ 8ਵਾਂ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 133। ਫਿਰ ਜਾਏ ਚੜਿਆ ਸੁਮੇਰ ਪਰ ਦੂਜੀ ਉਦਾਸੀ। ਤਲਵੰਡੀ ਤੋਂ ਤਿੱਬਤ। ਭਾਈ ਰਤਨ ਸਿੰਘ ਜੀ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਬਾਬਾ ਜੀ ਉਸ ਦੇਸ਼ ਤੇ ਥਾਂ ਜ਼ਰੂਰ ਜਾਣਗੇ ਜਿੱਥੇ ਲੋਕੀ ਪ੍ਰਭੂ ਨੂੰ ਭੁੱਲ ਕੇ ਹੋਰ ਕਰਮ ਕਰ ਰਹੇ ਸਨ। ਧਰਮ ਕਮਾਉਣ ਲਈ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਸਹਿਲਾ ਰਾਹ ਦ੍ਰਿੜਾਉਂਦੇ ਸਨ। ਉਸ ਦੇਸ਼ ਬਾਬੇ ਜਾਏ ਜ਼ਰੂਰ ਹੋ ਭੂਲੇ ਪ੍ਰਭ ਮੂਰਖ ਕੂੜ। ਜਹਾਂ ਜਹਾਂ ਚਰਨ ਨਾਨਕ ਜੀ ਪਾਇਓ ਧਰਮ ਕਰਮ ਉਨ ਲੋਕਨ ਦ੍ਰਿੜਾਇਓ। ਇੱਕ ਗੱਲ ਭਾਈ ਰਤਨ ਸਿੰਘ ਜੀ ਨੇ ਹੋਰ ਬੜੀ ਕਮਾਲ ਦੀ ਲਿਖੀ ਹੈ ਕਿ ਗੁਰੂ ਨਾਨਕ ਦੇਵ ਜੀ ਅਤੇ ਕਲਯੁਗ ਦੀ ਲੜਾਈ ਹੋ ਰਹੀ ਸੀ। ਕਲਯੁਗ ਸਾਰਾ ਜ਼ੋਰ ਲਗਾ ਰਿਹਾ ਸੀ ਕਿ ਲੋਕ ਪਾਪ ਕਮਾਉਣ ਅਤੇ ਡੁੱਬ ਜਾਣ। ਬਾਬਾ ਚਾਹੁੰਦਾ ਸੀ ਕਿ ਸਾਰੇ ਪਾਰ ਲੰਘ ਜਾਣ। ਬਾਬੇ ਨੂੰ ਬੇਸ਼ੱਕ ਕੁਰਾਈਆ, ਦੀਵਾਨਾ ਅਤੇ ਬਤਾਲਾ ਕਿਹਾ ਗਿਆ, ਪਰ ਉਹ ਅਸਲ ਨਿਸ਼ਾਨੇ ਤੋਂ ਨਾ ਉੱਕੇ। ਕੱਲ ਚਾਹੇ ਪਾਪੀ ਡੁੱਬ ਜਾਏ, ਬਾਬਾ ਚਾਹੇ ਉਨ ਪਾਰ ਲੰਘਾਏ। ਬਾਬਾ ਆਪਣੀ ਛੱਡੀ ਨਾ ਬਾਣ, ਤਾਰਿਓ ਚਾਹੇ ਸਗਲ ਜਹਾਨ। ਕਲਯੁਗ ਚਾਹੁੰਦਾ ਹੈ ਕਿ ਕਰਮਾਂ ਦਾ ਹਿਸਾਬ ਹੋਵੇ ਤਾਂ ਕਿ ਉਸ ਬਹਾਨੇ ਕਿਸੇ ਨੂੰ ਸ਼ਾਬਾਸ਼ ਅਤੇ ਕਿਸੇ ਨੂੰ ਦੰਡ ਮਿਲਦਾ ਰਹੇ ਅਤੇ ਉਹ ਲੋਕਾਂ ਤੇ ਆਪਣੀ ਹਕੂਮਤ ਕਰਦਾ ਰਹੇ। ਪਰ ਬਾਬਾ ਜੀ ਤਾਂ ਐਸਾ ਵਾਤਾਵਰਨ ਪੈਦਾ ਕਰਨਾ ਚਾਹੁੰਦੇ ਸਨ ਜਿੱਥੇ ਪਾਪ ਹੋ ਹੀ ਨਾ ਸਕਣ। ਜੇ ਪਾਪ ਨਹੀਂ ਹੋਣਗੇ ਤਾਂ ਕਲਯੁਗ ਦੀ ਪੁੱਛ ਨਹੀਂ ਰਹੇਗੀ। ਦੂਜੇ ਸ਼ਬਦਾਂ ਵਿੱਚ ਬਾਬਾ ਰਜਾ ਦਾ ਸਿਧਾਂਤ ਦ੍ਰਿੜਾਉਣਾ ਚਾਹੁੰਦੇ ਸਨ ਅਤੇ ਕਲਯੁਗ ਸਜ਼ਾ ਦਾ। ਕਲਯੁਗ ਚਾਹੇ ਨਿਜ ਅਦਲ ਬਹਾਇਆ, ਨਾਨਕ ਚਾਹੇ ਨਿਜ ਧਰਮ ਵਰਤਾਇਆ। ਇਸੇ ਸਬੰਧ ਵਿੱਚ ਮਹਿਮਾ ਪ੍ਰਕਾਸ਼ ਨੇ ਸੋਹਣੀ ਟੁੱਕ ਦਿੱਤੀ ਹੈ ਕਿ ਸਤਿਗੁਰੂ ਨਾਨਕ ਪ੍ਰਭੂ ਵੱਲੋਂ ਭੇਜਿਆ ਹੋਇਆ ਮੇਘ ਹੈ ਜੋ ਥਾਂ ਥਾਂ ਜਾ ਕੇ ਪ੍ਰੇਮ ਜਲ ਦੀ ਵਰਖਾ ਕਰਦਾ ਹੈ ਅਤੇ ਜਿੱਥੇ ਜਿੱਥੇ ਪ੍ਰਭੂ ਪ੍ਰੇਮੀ ਉਸ ਦੀ ਯਾਦ ਵਿੱਚ ਜੁਟੇ ਹੋਏ ਹਨ ਗੁਰੂ ਨਾਨਕ ਦੇਵ ਜੀ ਜ਼ਰੂਰ ਪੁੱਜਣਗੇ। ਸਤਿਗੁਰੂ ਘਨ ਹਰ ਭਗਤ ਕੋ ਪ੍ਰੇਮ ਬੂੰਦ ਵਰਖਾ ਕਰੇ। ਜਹਾਂ ਜਹਾਂ ਪ੍ਰੇਮੀ ਹੋਏ ਤਹਾਂ ਤਹਾਂ ਆਗਮ ਕਰੇ। ਕਲਗੀਧਰ ਦੇ 52 ਕਵੀਆਂ ਵਿੱਚੋਂ ਇੱਕ ਕੰਕਰ ਨੇ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਤਾਂ ਸ਼ਬਦ ਦਾ ਪੁਲ ਬਣਾ ਕੇ ਲੋਕਾਂ ਨੂੰ ਪਾਰ ਉਤਾਰਨ ਆਏ ਸਨ। ਧੰਨ ਧੰਨ ਨਾਨਕ ਗੁਰ ਕੀਨਾ ਪਰਉਪਕਾਰ, ਅਛਲ ਕਾ ਪੁਲ ਬਾਂਧ ਕੇ ਸ੍ਰਿਸ਼ਟੀ ਉਤਾਰੀ ਪਾਰ। ਇਸੇ ਤਰ੍ਹਾਂ ਕਲਯੁਗ ਦੇ ਭਰਮਾਏ ਅਤੇ ਪਛਾੜੇ ਹੋਏ ਸਨ ਜੋਗੀ, ਸਿੱਧ ਅਤੇ ਬੈਰਾਗੀ। ਉਹਨਾਂ ਨੂੰ ਇਹ ਸਮਝ ਤਾਂ ਆ ਗਈ ਸੀ ਕਿ ਜਗਤ ਮਿਥਿਆ ਹੈ ਅਤੇ ਇਹ ਗੱਲ ਲੋਕਾਂ ਨੂੰ ਸਮਝਾਉਣ ਦੀ ਥਾਵੇਂ ਉਹ ਘਰ-ਬਾਰ ਹੀ ਛੱਡ ਬੈਠੇ ਸਨ। ਮਹਾਰਾਜ ਨੇ ਆਪਣੇ ਸ਼ਬਦਾਂ ਦੀ ਜੋਗੀ ਜੁਗਤ ਨਾ ਜਾਣੇ ਅੰਧ ਅਤੇ ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਬਹਿ ਘਰ-ਬਾਰ। ਸੋ ਹੁਣ ਉਹਨਾਂ ਨੂੰ ਸੋਧਣ ਲਈ ਸੁਮੇਰ ਪਰ ਜਾ ਚੜੇ। ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ ਫਿਰ ਜਾ ਚੜਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ। ਇੱਥੇ ਇਹ ਨਿਰਣਾ ਕਰ ਲੈਣਾ ਵੀ ਠੀਕ ਰਹੇਗਾ ਕਿ ਸੁਮੇਰ ਪਰਬਤ ਕਿੱਥੇ ਹੈ। ਸਿੱਧਾਂ ਦੇ ਟਿਕਾਣੇ ਬਹੁਤ ਕਰਕੇ ਹਿਮਾਲਿਆ ਦੀਆਂ ਕੰਦਰਾਂ, ਮਾਨ ਸਰੋਵਰ ਦੀ ਝੀਲ, ਅਮਰਨਾਥ ਦੀਆਂ ਗੁਫਾਵਾਂ, ਰੁਦਰ ਹਿਮਾਲਾ ਦੇ ਕਿੰਗਰੇ ਤੇ ਚੋਟੀਆਂ ਹੀ ਹਨ। B.C. ਲਾ ਨੇ ਆਪਣੀ ਪੁਸਤਕ ਮਾਊਂਟੇਨਸ ਆਫ ਇੰਡੀਆ ਵਿੱਚ ਲਿਖਿਆ ਹੈ ਕਿ ਗੜਵਾਲ ਦੀ ਰਿਆਸਤ ਵਿੱਚ ਰੁਦਰ ਹਿਮਾਲਾ ਨੂੰ ਹੀ ਸੁਮੇਰ ਕਹਿੰਦੇ ਹਨ। ਪਿੱਛੇ ਜਿਹੇ ਸ਼੍ਰੀ U.K. ਸ਼ੁਕਲਾ ਨਾਂ ਦੇ ਇੱਕ ਰਿਸਰਚ ਸਕਾਲਰ ਨੇ ਦੱਸਿਆ ਕਿ ਸੁਮੇਰ ਮੱਧ ਹਿਮਾਲਿਆ ਵਿਚਕਾਰ ਹੈ। ਮੰਦਕਣੀ, ਅਲਕਨੰਦਾ ਅਤੇ ਭਾਗੀਰਥੀ ਦੇ ਸੋਮਿਆਂ ਤੋਂ 3 ਕਿਲੋਮੀਟਰ ਹੇਠਾਂ ਜਾ ਕੇ ਤਿਕੋਨੀ ਵੈਲੀ ਜੋ 52 ਕਿਲੋਮੀਟਰ ਦੇ ਘੇਰੇ ਵਿੱਚ ਹੈ। ਸੁਮੇਰ ਦੀ ਖੂਬਸੂਰਤੀ ਸਾਹਮਣੇ ਕੁਝ ਵੀ ਨਹੀਂ। ਇੱਥੇ ਅਗਸਤ ਦੇ ਮਹੀਨੇ ਰੰਗ ਬਰੰਗੇ ਫੁੱਲ ਖਿੜੇ ਇੱਕ ਅਨੋਖਾ ਹੀ ਦ੍ਰਿਸ਼ ਪੇਸ਼ ਕਰਦੇ ਹਨ। ਬ੍ਰਹਮ ਕਮਲ ਫੁੱਲ ਵੀ ਇਸੇ ਸੁਮੇਰ ਪਰਬਤ ਤੇ ਹੁੰਦਾ ਹੈ। ਜਦ ਬ੍ਰਹਮ ਕਮਲ ਪੂਰੀ ਤਰ੍ਹਾਂ ਖਿੜ ਜਾਏ ਤਾਂ ਇਸ ਦਾ ਫੈਲਾਅ 1.25 ਇੰਚ ਤੱਕ ਹੋ ਜਾਂਦਾ ਹੈ। ਇਸ ਦੀ ਭਿੰਨੀ ਖੁਸ਼ਬੂ ਨਾਲ ਮਨੁੱਖ ਅਤੇ
ਗਨੂਦਗੀ ਛਾ ਜਾਂਦੀ ਹੈ। ਇਹ ਹੀ ਇੱਕ ਕਾਰਨ ਹੈ ਕਿ ਪੁਰਾਣੇ ਸਮਿਆਂ ਵਿੱਚ ਸਿੱਧ ਲੋਕ ਇੱਥੇ ਆ ਟਿਕਦੇ ਸਨ ਅਤੇ ਸਮਾਧੀ ਸਥਿਤ ਹੁੰਦੇ ਸਨ। ਇਹ ਸਪਸ਼ਟ ਹੈ ਕਿ ਮਹਾਰਾਜ ਦੀ ਦੂਜੀ ਉਦਾਸੀ ਪਹਾੜਾਂ ਤੇ ਸੀ ਅਤੇ ਪਹਾੜ ਵੀ ਉਹ ਜੋ ਦੂਰ ਅਤੇ ਉੱਚੇ ਸਨ। ਅਹੰਕਾਰ ਦੀਆਂ ਟੀਸੀਆਂ ਤੇ ਚੜੇ ਹੋਇਆਂ ਨੂੰ ਧਰਤੀ ਤੇ ਲਿਆਉਣ ਲਈ ਗੁਰੂ ਨਾਨਕ ਦੇਵ ਜੀ ਉਹਨਾਂ ਕੋਲ ਪੁੱਜੇ। ਇਸ ਸੰਬੰਧ ਵਿੱਚ ਪੁਰਾਤਨ ਜਨਮ ਸਾਖੀ ਦੇ ਸ਼ਬਦ ਪੜ੍ਹਨ ਨਾਲ ਸੰਬੰਧ ਰੱਖਦੇ ਹਨ। ਉਸ ਵਿੱਚ ਲਿਖਿਆ ਹੈ ਕਿ ਜਦ ਗੁਰੂ ਨਾਨਕ ਦੇਵ ਜੀ ਉੱਤਰਾਖੰਡ ਦੀ ਉਦਾਸੀ ਨੂੰ ਟੁਰੇ ਤਾਂ ਉਹਨਾਂ ਨਾਲ ਭਾਈ ਮਰਦਾਨਾ ਜੀ ਤੋਂ ਇਲਾਵਾ ਹੰਸੂ ਲਾਹੌਰ ਅਤੇ ਸਿੰਘੋ ਸ਼ੀਂਬਾ ਵੀ ਸਨ। ਮਹਾਰਾਜ ਨੇ ਜਿਸਮ ਦੁਆਲੇ ਚਮੜਾ ਲਪੇਟਿਆ ਹੋਇਆ ਸੀ, ਲੱਕ ਦੇ ਗਿਰਦ ਰੱਸੇ ਬੰਨੇ ਹੋਏ ਸਨ ਅਤੇ ਹੱਥ ਵਿੱਚ ਕੁਠਾਰ ਸੀ। ਪਹਾੜੀਆਂ ਤੇ ਚੜ੍ਹਨ ਵਾਲੇ ਜਾਣਦੇ ਹਨ ਕਿ ਰੱਸਿਆਂ ਦੀ ਕਿੰਨੀ ਲੋੜ ਹੁੰਦੀ ਹੈ। ਕੁਹਾੜੀ ਬਰਫਾਂ ਤੋੜਨ ਅਤੇ ਰਾਹ ਬਣਾਉਣ ਲਈ ਇੱਕ ਲੋੜੀਂਦਾ ਹਥਿਆਰ ਹੈ। ਜਿੱਥੇ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਇੱਕ ਯਾਤਰੂ ਦੇ ਤੌਰ ਤੇ ਦੇਖ ਕੇ ਅਚਰਜ ਹੁੰਦੇ ਹਾਂ, ਉੱਥੇ ਉਹਨਾਂ ਨੂੰ ਇੱਕ ਮਾਊਂਟੇਨੀਅਰ ਦੇ ਤੌਰ ਤੇ ਵੀ ਘੋਖਣ ਦੀ ਲੋੜ ਹੈ। ਹਜ਼ਾਰਾਂ ਫੁੱਟ ਦੀ ਉਚਾਈ ਤੇ ਨਵੀਨ ਵਸੀਲਿਆਂ ਦੀ ਅਣਹੋਂਦ ਤੋਂ ਬਗੈਰ ਸਾਥੀਆਂ ਸਮੇਤ ਚੜ੍ਹ ਜਾਣਾ ਉਹਨਾਂ ਦੀ ਸ਼ਖਸੀਅਤ ਦਾ ਇੱਕ ਹੋਰ ਪਹਿਲੂ ਪ੍ਰਗਟਾਉਂਦਾ ਹੈ। ਰਾਹ। ਇਸ ਉਦਾਸੀ ਬਾਰੇ ਰਾਹ ਦੇ ਵੇਰਵੇ ਦਾ ਵੀ ਮਤਭੇਦ ਹੈ। ਇੱਕ ਪੱਖ ਇਹ ਦਰਸਾਉਂਦਾ ਹੈ ਕਿ ਆਪ ਜੀ ਸਿਆਲਕੋਟ, ਜੰਮੂ, ਕਸ਼ਮੀਰ ਤੋਂ ਸੁਮੇਰ ਪਰਬਤ ਗਏ, ਪਰ ਜਦ ਸੁਮੇਰ ਪਰਬਤ ਦਾ ਠੀਕ ਅੰਦਾਜ਼ਾ ਰੁਦਰ ਹਿਮਾਲਾ ਲੱਗ ਗਿਆ ਹੈ ਤਾਂ ਗਿਆਨੀ ਗਿਆਨ ਸਿੰਘ ਜੀ ਤਵਾਰੀਖ ਖਾਲਸਾ ਵਿੱਚ ਲਿਖਿਆ ਰਾਹ ਠੀਕ ਅਤੇ ਢੁਕਵਾਂ ਹੈ। ਉੱਥੋਂ ਨੇਪਾਲ, ਸਿੱਕਮ ਅਤੇ ਤਿੱਬਤ ਤੋਂ ਹੁੰਦੇ ਯਾਰਕੰਦ ਦੇ ਰਾਹ ਲੇਹ ਅਤੇ ਕਸ਼ਮੀਰ ਆਏ। ਭਾਈ ਬਿਹਾਲੋ ਜੀ ਨੇ ਪ੍ਰਸੰਗ ਗੁਰੂ ਕਾ ਵਿੱਚ ਲਿਖਿਆ ਹੈ ਤਾਂ ਤੇ ਬਹੁ ਸੁਮੇਰ ਚੜ੍ਹਾਏ, ਸਿੱਧਾ ਸਿਉ ਤਹਿ ਕੀਨੀ ਚਰਚਾ, ਬਹੁਤ ਭਾਂਤ ਦੀਨੀ ਤਹਿ ਪਰਚਾ। ਗੁਰੂ ਨਾਨਕ ਦੇਵ ਜੀ ਤਲਵੰਡੀ ਤੋਂ ਕਲਾਨੌਰ, ਗੁਰਦਾਸਪੁਰ ਅਤੇ ਦਸੂਹੇ ਪੁੱਜੇ। ਦਸੂਹਾ ਬਾਰੇ ਇਹ ਗੱਲ ਪ੍ਰਸਿੱਧ ਸੀ ਕਿ ਇਹ ਰਾਜਾ ਬੈਰਾਠ ਦੀ ਰਾਜਧਾਨੀ ਸੀ। ਪਾਂਡੂਆਂ ਦਸੌਟੇ ਦੇ ਵਰੇ ਉੱਥੇ ਹੀ ਲੁੱਕ ਕੇ ਕੱਟੇ ਸਨ। ਸ਼ਰਤ ਇਹ ਸੀ ਕਿ ਜੇਕਰ ਪਾਂਡਵ ਉਸ ਸਾਲ ਪਛਾਣੇ ਗਏ ਤਾਂ 12 ਵਰਿਆਂ ਦਾ ਹੋਰ ਬਨਵਾਸ ਭੁਗਤਣਾ ਪਵੇਗਾ। ਇਸੇ ਕਰਕੇ ਯੁਧਿਸ਼ਟਰ ਖਿਲਾੜੀ, ਭੀਮਸੈਨ ਸ਼ਿਕਾਰ, ਅਰਜਨ ਹੀਜੜਾ, ਦ੍ਰੌਪਦੀ ਨਾਇਣ, ਨੁਕੁਲ ਘੋੜਿਆਂ ਦਾ ਵੈਦ ਅਤੇ ਸਹਿਦੇਵ ਜੋਤਸ਼ੀ ਬਣਿਆ। ਆਪ ਜੀ ਨੇ ਉੱਥੇ ਇਹ ਦੱਸਿਆ ਕਿ ਭੈੜੀ ਸੰਗਤ ਯੁਧਿਸ਼ਟਰ ਵਰਗਿਆਂ ਨੂੰ ਦੁੱਖਾਂ ਵਿੱਚ ਪਾ ਦਿੰਦੀ ਹੈ। ਜਵਾਲਾਮੁਖੀ। ਉੱਥੋਂ ਆਪ ਜੀ ਕੋਟਲਾ ਅਤੇ ਤਿਲੋਕਨਾਥ ਪੁੱਜੇ। ਤਿਲੋਕਨਾਥ ਸ਼ਬਦ ਦਾ ਪਰਚਾ ਦੇ ਕੇ ਪਾਲਮਪੁਰ, ਕੁੜੇਰਨ, ਕਾਂਗੜਾ ਹੁੰਦੇ ਹੋਏ ਜਵਾਲਾਮੁਖੀ ਪੁੱਜੇ। ਜਵਾਲਾਮੁਖੀ ਕਈ ਲਾਟਾਂ ਨਿਕਲਦੀਆਂ ਹਨ। ਲੋਕੀ ਲਾਟਾਂ ਨੂੰ ਪੂਜਦੇ ਹਨ। ਫਿਰੋਜ਼ ਤੁਗਲਕ ਨੇ ਮੰਦਰ ਢਾਹ ਕੇ ਉੱਪਰ ਨਹਿਰ ਚਲਾ ਦਿੱਤੀ ਸੀ, ਪਰ ਨਹਿਰ ਦੇ ਸੁੱਕਣ ਕਰਕੇ ਲਾਟਾਂ ਉਸੇ ਤਰ੍ਹਾਂ ਮੱਚਣ ਲੱਗ ਪਈਆਂ। ਜਹਾਂਗੀਰ ਨੇ ਵੀ ਕੋਸ਼ਿਸ਼ ਕੀਤੀ ਕਿ ਇਹ ਲਾਟਾਂ ਨਾ ਜਗਣ, ਪਰ ਉਹ ਵੀ ਸਫਲ ਨਾ ਹੋ ਸਕਿਆ। ਐਸ਼ਾਂ ਦਾ ਜੀਵਨ ਧਰਮ ਦੇ ਰਾਖਿਆਂ ਨੂੰ ਭੋਗਦੇ ਦੇਖ ਕੇ ਗੁਰੂ ਜੀ ਨੇ ਉਹਨਾਂ ਨੂੰ ਵਰਜਿਆ ਅਤੇ ਅੰਤਰ ਜੋਤ ਜਗਾਉਣ ਦਾ ਵੱਲ ਦੱਸਿਆ। ਅਰਜਨ ਨਾਂ ਦੇ ਇੱਕ ਨਾਗਾ ਤਪਾ ਨੇ ਸਿੱਖੀ ਧਾਰਨ ਕੀਤੀ। ਜਵਾਲਾਮੁਖੀ, ਗੋਰਖ ਡਿੱਬੀ ਤੋਂ ਉੱਤੇ ਗੁਰੂ ਨਾਨਕ ਦੇਵ ਜੀ ਦੀ ਧਰਮਸ਼ਾਲਾ ਬਣੀ ਹੈ। ਉੱਥੇ ਵੀ ਇਹ ਪ੍ਰਤੱਖ ਹੋਇਆ ਕਿ ਦੇਵਤਿਆਂ ਲਈ ਖਿਚੜੀ ਰਿੱਝ ਰਹੀ ਹੈ। ਆਪ ਜੀ ਨੇ ਗਿਆਨ ਦੀਆਂ ਅੱਖਾਂ ਬਖਸ਼ੀਆਂ ਅਤੇ ਵਹਿਮਾਂ ਤੋਂ ਲੋਕਾਂ ਨੂੰ ਉੱਚਾ ਹੋਣ ਲਈ ਕਿਹਾ। ਰਵਾਲਸਰ। ਉੱਥੋਂ ਆਪ ਜੀ ਰਵਾਲਸਰ ਪੁੱਜੇ। ਰਵਾਲਸਰ ਵਿੱਚ ਕਈ ਟਿੱਲੇ ਪੱਥਰਾਂ ਤੇ ਤੁਰਦੇ ਰਹਿੰਦੇ ਹਨ। ਆਪ ਜੀ ਨੇ ਉਹਨਾਂ ਦਾ ਹੀ ਪ੍ਰਮਾਣ ਦੇ ਕੇ ਕਿਹਾ ਕਿ ਜੇ ਉਸ ਦੀ ਰਹਿਮਤ ਹੋਵੇ ਤਾਂ ਪੱਥਰ ਤਰ ਜਾਂਦੇ ਹਨ, ਤਾਂ ਇਸ ਜੀਵ ਦਾ ਸੰਸਾਰ ਸਾਗਰ ਤੋਂ ਪਾਰ ਲੰਘ ਜਾਣਾ ਕੋਈ ਕਠਿਨ ਨਹੀਂ, ਕੇਵਲ ਉਸ ਦੀ ਨਜ਼ਰ ਦੀ ਲੋੜ ਹੈ। ਲੋਕੀ ਬਿਜਲੀ ਨੂੰ ਦੇਵੀ ਮੰਨਦੇ ਸਨ ਅਤੇ ਹੋਰ ਕਈ ਵਹਿਮਾਂ ਵਿੱਚ ਫਸ ਜ਼ਿੰਦਗੀ ਅਜਾਈ ਗਵਾਈ ਟੁਰੀ ਜਾਂਦੇ ਸਨ। ਜਿਵੇਂ ਇਹ ਵਹਿਮ ਪ੍ਰਚਲਿਤ ਹੈ ਕਿ ਕੁਆਰੀਆਂ ਜੋਗਣਾ ਪੀਂਘਾਂ ਝੂਟਦੀਆਂ ਹਨ। ਆਪ ਜੀ ਨੇ ਜੀਵਨ ਮੁਕਤੀ ਦਾ ਰਾਹ ਸਦਾ ਖੇੜੇ ਵਿੱਚ ਰਹਿਣਾ ਦੱਸਿਆ। ਨਾਨਕ ਭਗਤਾ ਸਦਾ ਵਿਗਾਸ। ਬ੍ਰਹਮ ਕੋਠੀ ਤੋਂ ਹੁੰਦੇ ਹੋਏ ਮਣੀਕਰਨ ਜਾ ਪੁੱਜੇ। ਉਸ ਕੁੰਡ ਦਾ ਪਾਣੀ ਇਤਨਾ ਗਰਮ ਹੈ ਕਿ ਹੱਥ ਨਹੀਂ ਲਗਾਇਆ ਜਾ ਸਕਦਾ।
ਪਾਂਡਿਆਂ ਨੇ ਰੋਜੀ ਕਮਾਉਣ ਲਈ ਇਹ ਗੱਲ ਪ੍ਰਸਿੱਧ ਕੀਤੀ ਹੋਈ ਹੈ ਕਿ ਸ਼ੇਸ਼ ਨਾਗ ਫੁਕਾਰੇ ਛੱਡਦਾ ਹੈ ਅਤੇ ਇਸ ਲਈ ਪਾਣੀ ਉਬਾਲੇ ਖਾਂਦਾ ਹੈ। ਮਹਾਰਾਜ ਨੇ ਵਹਿਮਾਂ ਦੀ ਜ਼ਿੰਦਗੀ ਤੋਂ ਹਟਾ ਕੇ ਉੱਜਲ ਬਣਾਇਆ। ਸ਼ਿਮਲਾ ਅਤੇ ਸਪਾਟੂ। ਬਿਆਸ ਪਾਰ ਕਰਕੇ ਕਹਿਲੂਰ ਦੀ ਦੀਨ ਪੁੱਜੇ। ਕੀਰਤਪੁਰ ਬੁੱਢਣ ਸ਼ਾਹ ਨੂੰ ਦਰਸ਼ਨ ਦਿੱਤੇ। ਉਸ ਜਦ ਬੱਕਰੀਆਂ ਦਾ ਦੁੱਧ ਜੋ ਆਪਣੇ ਲਈ ਕਟੋਰੇ ਵਿੱਚ ਪਾਇਆ ਸੀ ਪੇਸ਼ ਕੀਤਾ ਤਾਂ ਆਪ ਜੀ ਨੇ ਫਿਰ ਪੀਆਂਗੇ ਕਹਿ ਕੇ ਟਾਲ ਦਿੱਤਾ। ਮੂਲੇ ਖੱਤਰੀ ਦੇ ਉਧਾਰ ਵੇਲੇ ਵੀ ਇਹ ਵਚਨ ਕਹੇ ਸਨ। 10ਵਾਂ ਜਾਮਾ ਪਰ ਹਰੇ ਜਬ ਹੀ ਜਨਮ ਮਰਨ ਗਤ ਤੇ ਹੈ ਤਬ ਹੀ ਤਬ ਲੋ ਜਨਮ ਮਰੇਂਗੋ ਇਹੀ ਸ਼ੂਕਰ ਸਸਾਂ ਮਿਰਗ ਕੀ ਦੇਹੀ। ਇਹਨਾਂ ਹੁਕਮਾਂ ਤੋਂ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ 10 ਜਾਮੇ ਗੁਰੂ ਨਾਨਕ ਦੇਵ ਜੀ ਨੇ ਮਿੱਥੀ ਵਿਉਂਤ ਅਨੁਸਾਰ ਧਾਰੇ। ਗੁਰੂ ਇੱਕੋ ਹੀ ਹੈ, ਜਾਮੇ 10 ਹਨ। ਦੂਜੇ 10 ਦਾ ਹਿੰਦਸਾ ਸੰਪੂਰਨ ਹਿੰਦਸਾ ਹੈ। 10 ਜਾਮੇ ਧਾਰਨ ਦਾ ਕਾਰਨ ਸੰਪੂਰਨ ਗੁਰੂ ਦੀ ਸੋਝੀ ਸੰਸਾਰ ਨੂੰ ਦੇਣੀ ਸੀ ਤਾਂ ਕਿ ਫਿਰ ਉਹ ਕਦੇ ਨਾ ਭਟਕੇ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਨੇ ਆ ਕੇ ਬੁੱਢਣ ਦੀ ਖਾਹਿਸ਼ ਪੂਰੀ ਕੀਤੀ। ਉੱਥੋਂ ਨਾਲਾਗੜ੍ਹ, ਪੰਜੌਰ, ਸ਼ਿਮਲੇ ਅਤੇ ਸਪਾਟੂ ਦੇ ਨਿਵਾਸੀਆਂ ਨੂੰ ਇੱਕ ਈਸ਼ਵਰ ਦੀ ਭਗਤੀ ਵਿੱਚ ਜੋੜ ਕੇ ਜੌਹੜਸਰ ਪੁੱਜੇ। ਜੌਹੜਸਰ ਹਿਮਾਲਿਆ ਦਾ ਬਹੁਤ ਵੱਡਾ ਮੇਲਾ ਭਰਦਾ ਹੈ ਜਿੱਥੇ ਹਰ ਕੋਈ ਆਇਆ ਪਹਾੜੀ ਮੂਰਤੀਆਂ ਅੱਗੇ ਨ੍ਰਿਤ ਕਰਕੇ ਆਪਣੀ ਸ਼ਰਧਾ ਪ੍ਰਗਟਾਉਂਦਾ ਹੈ। ਆਪ ਜੀ ਨੇ ਸਹੀ ਨ੍ਰਿਤ ਉਸ ਪਰਮਾਤਮਾ ਦੀ ਸਿਫਤ ਸਲਾਹ ਦੱਸਿਆ ਅਤੇ ਹੋਰ ਸਭ ਨਾਚਾਂ ਨੂੰ ਖੁਸ਼ੀਆਂ ਮਨ ਮਹਿ ਕਿਹਾ। ਪਿਆਰੇ ਤੋਂ ਕੁਰਬਾਨ ਹੋ ਜਾਣਾ ਹੀ ਅਸਲ ਨਾਚ ਹੈ ਅਤੇ ਬਹਿੰਦਿਆਂ ਉੱਠਦਿਆਂ ਨਿਤ ਉਸ ਨੂੰ ਯਾਦ ਕਰਨਾ ਫੇਰੀ ਪਾਉਣਾ ਹੈ ਅਤੇ ਸਰੀਰ ਦਾ ਮਾਣ ਤਿਆਗਣਾ ਹੀ ਉਸ ਅੱਗੇ ਲੇਟ ਜਾਣਾ ਹੈ। ਭਾਉ ਫੇਰੀ ਹੋਵੇ ਮਨ ਚੀਤ, ਬਹਿੰਦਿਆਂ ਉੱਠਦਿਆਂ ਨੀਤਾ ਨੀਤ, ਲੇਟਣ ਲੇਟ ਜਾਣੇ ਤਨ ਸੁਆ, ਇਤ ਰੰਗ ਨਾਚੈ ਰਖ ਰਖ ਪਾਉ। ਜਦ ਦੇਵਤੇ ਅਤੇ ਦੇਵੀ ਨੂੰ ਪ੍ਰਸੰਨ ਕਰਨ ਲਈ ਪਾਂਡੇ ਬੱਕਰੀਆਂ ਦੀ ਬਲੀ ਦੇਣ ਲੱਗੇ ਤਾਂ ਆਪ ਜੀ ਨੇ ਉਹਨਾਂ ਨੂੰ ਇਹਨਾਂ ਫੋਟਕ ਕਰਮਾਂ ਤੋਂ ਰੋਕਦੇ ਹੋਏ ਫਰਮਾਇਆ, ਜੜ ਅੱਗੇ ਚੇਤਨ ਨੂੰ ਮਾਰਨਾ ਕਿੱਥੋਂ ਦੀ ਅਕਲਮੰਦੀ ਹੈ। ਜੜ ਪਾਹਣ ਕੇ ਮਾਨੇ ਪੀਵ, ਤਿਸਕੇ ਆਗੇ ਮਾਰੇ ਜੀਵ, ਜਾਣਤ ਨਹੀਂ ਸਾਕਤ ਅੰਧੇ। ਜਦ ਉਹਨਾਂ ਜੀਵਨ ਦਾ ਸਹੀ ਰਾਹ ਅਤੇ ਜਾਂਚ ਪੁੱਛੀ ਤਾਂ ਆਪ ਜੀ ਨੇ ਸੇਵਾ ਅਤੇ ਸਤਸੰਗਤ ਦਾ ਰਾਹ ਦੱਸਿਆ। ਉਸ ਇਲਾਕੇ ਦੇ ਲੋਕੀ ਨਾਮ ਧਰੀਕ ਹੋਏ। ਉਧਰ ਸਿੱਖੀ ਦਾ ਇੰਨਾ ਪ੍ਰਚਾਰ ਹੋਇਆ ਕਿ ਗੁਰੂ ਅਮਰਦਾਸ ਜੀ ਨੇ ਪਰਬਤਾਂ ਦੀ ਸਿੱਖੀ ਦੀ ਸੇਵਾ ਸੰਭਾਲ ਬਾਬਾ ਗੰਗਾਦਾਸ ਜੀ ਨੂੰ ਬਖਸ਼ੀ। ਮਾਹੀਸਰ ਜੌਹੜਸਰ ਤੋਂ 50 ਮੀਲ ਉੱਤਰ ਵੱਲ 15,000 ਫੁੱਟ ਚੜ੍ਹਾਈ ਚੜ੍ਹ ਗਏ। ਉੱਥੋਂ ਦੇ ਲੋਕੀ ਪਾਣੀ ਨਾ ਹੋਣ ਕਾਰਨ ਦੁਖੀ ਅਤੇ ਤੰਗ ਸਨ। ਉਹਨਾਂ ਦਾ ਮੁਖੀਆ ਮਾਹੀਆ ਗੁਰੂ ਨਾਨਕ ਦੀ ਚਰਨੀ ਲੱਗਾ ਅਤੇ ਕਹਿਣ ਲੱਗਾ ਕਿ ਇਸ ਇਲਾਕੇ ਵਿੱਚ ਜਲ ਦੀ ਬਹੁਤ ਤੰਗੀ ਹੈ, ਲੋਕੀ ਪਿਆਸੇ ਮਰ ਜਾਂਦੇ ਹਨ। ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੰਦੇ ਹੋਏ ਕਿਹਾ, ਭਗਤੀ ਕਰੋ, ਪੱਥਰ ਅੱਗੇ ਸਿਰ ਨਾ ਝੁਕਾਓ, ਵਾਹਿਗੁਰੂ ਦੁੱਖ ਦੂਰ ਕਰੇਗਾ। ਪੱਥਰ ਚੁੱਕਿਆ ਤਾਂ ਹੇਠੋਂ ਪਾਣੀ ਨਿਕਲ ਆਇਆ। ਉਸੇ ਥਾਂ ਤੇ ਹੁਣ ਮਾਹੀਸਰ ਬਣਿਆ ਹੋਇਆ ਹੈ। ਉੱਥੋਂ ਸਿਰਮੌਰ ਦੀ ਦੂਣ ਪੁੱਜੇ। ਗੰਗੋਤਰੀ ਅਤੇ ਜਮਨੋਤਰੀ ਪਾਰ ਕਰਕੇ 14,000 ਫੁੱਟ ਦੀ ਚੜ੍ਹਾਈ ਚੜ੍ਹੇ। ਗਿਆਨੀ ਗਿਆਨ ਸਿੰਘ ਜੀ ਦਾ ਮਤ ਹੈ ਕਿ ਗੋਮੁਖੀ ਤੱਕ ਗੁਰੂ ਜੀ ਪੁੱਜੇ। ਉੱਥੋਂ ਗਊ ਦੇ ਮੁਖ ਜਿਹੇ ਪੱਥਰ ਚੋਂ ਜਲ ਦੀ ਧਾਰਾ ਵਹਿੰਦੀ ਹੈ। ਉਸ ਦੇ ਉੱਤਰ ਵੱਲ ਉੱਚੇ ਪਹਾੜ ਤੇ ਚੜ੍ਹੇ ਜਿਸ ਨੂੰ ਕਹਿਕਾ ਦੀਵਾਲ ਕਹਿੰਦੇ ਹਨ। ਜਦ ਸੂਰਜ ਇਹਨਾਂ ਪਹਾੜਾਂ ਤੇ ਚਮਕਦਾ ਹੈ ਤਾਂ ਇੱਕ ਸੁਨਹਿਰੀ ਝਲਕ ਦਾ ਝਵਾਲਾ ਪੈਂਦਾ ਹੈ। ਇੱਥੋਂ ਦੇ ਰਾਜੇ ਨੇ ਗੁਰੂ ਸ਼ਰਨ ਲਈ ਗੋਮੁਖੀ ਤੋਂ ਬਦਰੀਨਾਥ, ਵਸੂਧਾਰ, ਸਪਤ ਸ੍ਰਿੰਗ, ਹੇਮਕੁੰਡ ਪਾਰ ਕਰਕੇ ਉਸ ਥਾਂ ਤੇ ਪੁੱਜੇ ਜਿਸ ਨੂੰ ਸੁਮੇਰ ਕਹਿੰਦੇ ਹਨ। ਡਾਕਟਰ BC ਲਾ ਨੇ ਇਹਨਾਂ ਪਹਾੜਾਂ ਦੀਆਂ ਉੱਚੀਆਂ ਟੀਸੀਆਂ ਨੂੰ ਹੀ ਆਪਣੀ ਪੁਸਤਕ ਵਿੱਚ ਮਾਊਂਟੇਨਸ ਆਫ ਇੰਡੀਆ ਵਿੱਚ ਸੁਮੇਰ ਲਿਖਿਆ ਹੈ। ਸਾਡੀਆਂ ਜਨਮ ਸਾਖੀਆਂ ਵਿੱਚ ਐਸਾ ਹੀ ਵਰਣਨ ਹੈ ਅਤੇ ਸ਼੍ਰੀ ਸ਼ੁਕਲਾ ਨੇ ਇਸੇ ਨੂੰ ਸੁਮੇਰ ਦਾ ਨਾਂ ਦਿੱਤਾ ਹੈ। ਹੁਣ ਇਸ ਰੌਸ਼ਨੀ ਵਿੱਚ ਮਤਸਿਆ ਪੂਰਨ ਦੀ ਲਿਖਤ ਹੈ ਜੋ ਐਡਵਰਡ
ਸੀ ਸਚਲ ਨੇ ਐਲ ਬਰੂਨੀ ਦੇ ਹਵਾਲੇ ਨਾਲ ਆਪਣੀ ਪੁਸਤਕ ਵਿੱਚ ਦਿੱਤੀ ਹੈ। ਨੂੰ ਪੜ੍ਹੋ ਤਾਂ ਸਪਸ਼ਟ ਕਰਦੀ ਹੈ ਕਿ ਸਮੇਰ ਸੁਨਹਿਰੀ ਅਤੇ ਚਮਕਦਾਰ ਧਰਤੀ ਹੈ ਜਿੱਥੇ ਧੁੰਦ ਕਦੇ ਨਹੀਂ ਪਈ। ਮਿੱਠੇ ਜਲ ਦੀਆਂ ਨਦੀਆਂ ਹਨ ਅਤੇ ਸਿੱਧ ਲੋਕ ਘਰ ਬਣਾ ਕੇ ਰਹਿੰਦੇ ਹਨ। ਸਿੱਧਾਂ ਨਾਲ ਚਰਚਾ। ਇਤਨੀ ਉਚਾਈ ਤੇ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਸਾਥੀਆਂ ਸਮੇਤ ਆਉਂਦਾ ਦੇਖ ਪਹਿਲਾਂ ਸਿੰਧ ਲੋਕਾਂ ਨੇ ਹੈਰਾਨੀ ਪ੍ਰਗਟ ਕੀਤੀ। ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ ਗੋਰਖ ਅਤੇ ਉਸ ਨੂੰ ਮੰਨਣ ਵਾਲਿਆਂ ਨੇ ਪਹਿਲੀ ਗੱਲ ਹੀ ਇਹ ਪੁੱਛੀ, ਕੌਣ ਸਖਤ ਤੋਹੀ ਇੱਥੇ ਲਿਆਈ? ਤਾਂ ਗੁਰੂ ਨਾਨਕ ਦੇਵ ਜੀ ਦਾ ਉੱਤਰ ਸੀ, ਪਰਮੇਸ਼ਵਰ ਨੂੰ ਜਪਦੇ ਉਸ ਦੇ ਨਾਂ ਵਿੱਚ ਲੀਨ ਹੋ ਕੇ ਇਹ ਕਿ ਕਈ ਹੋਰ ਉੱਚੀਆਂ ਚੜ੍ਹਾਈਆਂ ਚੜ੍ਹੀਆਂ ਜਾ ਸਕਦੀਆਂ ਹਨ। ਗੁਰੂ ਨਾਨਕ ਦੇਵ ਜੀ ਨੇ ਅਨੁਭਵ ਕੀਤਾ ਕਿ ਸਰੀਰਾਂ ਤੇ ਇਤਨੇ ਕਸ਼ਟ ਤਾਂ ਸਿੱਧ ਸਹਾਰ ਰਹੇ ਹਨ, ਪਰ ਲੋਕਾਂ ਦੇ ਕਸ਼ਟ ਦੂਰ ਕਰਨ ਲਈ ਉਹਨਾਂ ਵਿੱਚ ਪਰਉਪਕਾਰ ਦੀ ਭਾਵਨਾ ਨਹੀਂ। ਜੋ ਵਿਚਾਰਾਂ ਗੋਸ਼ਟਾਂ ਅਤੇ ਸਵਾਲ ਜਵਾਬ ਸੁਮੇਰ ਪਰਬਤ ਤੇ ਹੋਏ, ਉਸ ਦਾ ਵਰਣਨ ਭਾਈ ਗੁਰਦਾਸ ਜੀ ਅਤੇ ਹੋਰਨਾਂ ਜਨਮ ਸਾਖੀਆਂ ਨੇ ਕੀਤਾ ਹੈ। ਮਿਹਰਬਾਨ ਦੇ ਸ਼ਬਦਾਂ ਵਿੱਚ ਤਬ ਸਿੱਧਾਂ ਸਾਥ ਗੁਰਬਾਬੇ ਨਾਨਕ ਜੀ ਸਮੇਰ ਗੋਸ਼ਟ ਕਰੀ, ਤਬ ਸਿੱਧ ਛੁੜਕ ਪਏ ਗਿਆਨ ਪੁੱਛਣੇ ਕਿਉਂ। तब सिद्ध साधक गुरु नानक देव जी से परमेश्वर की कथा अगंभ अगाध की खबर लैण लई इकट्ठे होए। भाई गुरदास जी के कथन अनुसार उन्हां दा पहला प्रश्न सी, अपना नाव तुम देह बताई, बाबा आखे नाथ जी नानक नाम जपे दत पाई। ना तां अपना मैं मिटा दिता है, उस दा नाम ही कामयाबी दा राह है। उन्हां दा अगला प्रश्न सी, कवन जात तुम्हारी? महाराज ने फरमाया, अचरज हमारी जात। जद मैं किसे वर्ण भेद नूं मनदा नहीं हाँ, सो जात की दसां, बस अजीब ही कह सकदा हाँ। उन्हां दे आगू दा अगला प्रश्न सी, जोत मत विच सारा जोर धरती दे पानी नूं आकाश विच लै जाना है, तुहाडे पंथ विच की चाल है? गुरु नानक देव जी ने फरमाया, साडा मत है यह दृढ़ कर लेना कि उम्र मड़ी न्याणी है अते उस विच मान हंकार नूं बिठा के शुक्र करना, अठी पहर हथी जोड़ी रहे परमेश्वर कै आगे। यह दृढ़ता असां पंथ नूं दिती है। धरती जिहा धीरज, गगन वर्गा विशाल ज्ञान अते उस विशाल ज्ञान नूं जान काम क्रोध निंदिया खुदी मिटावे अते ज्ञान के घर मह रहे, गुरु दे शब्द नूं कमाउंदा रहे। गुरु कै शब्द कौ कमावे, गुरमुख चाल चले। गोरखनाथ दा अगला प्रश्न सी कि असीं तां शरीर साधदे हां अते शरीर नूं कष्ट दे के सहज सुख भालदे हां, तुसीं किवें सहज विच टिकदे हो? महाराज ने फरमाया, दया ही असल पूर्ण शांति दिंदी है अते सिदक है जो रोशनी दिंदा है। ज्ञानी ज्ञान सिंह जी दी कीती दर्ज गोष्ठी अनुसार, दया हमारी सीत हिमांचल दीपक सिदक हमारा। फिर मुशंदर नाथ ने जद शरीर दी बनतर पूछी तां आप जी ने प्रभु दे हुक्म दी गल दसी। भरथरी दा पुछना सी कि किस घाट इशनान करदे हो, रिड़कदे की हो, मैल किवें धोंदे हो, किस नाल तुसीं जुड़दे हो, किस नाल तोड़ लई है, तुहाडा नाम तुसीं किस तरह मिटा लिया, तृष्णा किवें मिटा लई, किहड़ी धूड़ मल लई है अते सब तो वड्डा सवाल सहज किवें प्राप्त कीता है अते किहड़ी आवाज़ तुसीं सुणदे हो? महाराज दा उत्तर सी, रोज राम नाम रिड़कदे हां, हंकार दी टीसी तो थल्ले उतर के निमरता दे सरोवर विच इशनान करदे हां, वाहिगुरू दी सिफत सलाह करके लगी मैल धोंदे हां, वाहिगुरू दी रजा विच टिक के उसदी आवाज़ सुणदे हां, शब्द नाल क्रोध मारदे हां अते गगन नगर विच उसदा नाम रखदे हां, गुरु हिवै पास बैठ के तृष्णा दी अग बुझाउंदे हां, धूड़ी सेवा दी मलदे हां, साध संगत विच रोज जाके सहज कमाउंदे हां अते नाद निरोल बाणी वाला ही वजाउंदे हां। गुरहिव शीतल अगन बुझावे, सेवा सुरत विभूत चढ़ावे, दर्शन आप सहज कर आवे, निर्मल बाणी नाद वजावे। जद फिर झंगरनाथ झूमदा अगे वधिया तां उस दे शरीर दा
ਡੀਲ ਡੌਲ ਦੇਖ ਕੇ ਭਾਈ ਮਰਦਾਨਾ ਜੀ ਨੇ ਕਿਹਾ, ਮਹਾਰਾਜ ਆਗਿਆ ਬਖਸ਼ੋ ਤਾਂ ਮੈਂ ਵੀ 2-4 ਹੱਥ ਕਰ ਲਵਾਂ। ਮਹਾਰਾਜ ਮੁਸਕਰਾ ਪਏ ਅਤੇ ਕਹਿਣ ਲੱਗੇ ਕਿ ਇਹ ਕੁਸ਼ਤੀ ਨਹੀਂ, ਗੋਸ਼ਟੀ ਹੈ, ਸ਼ਬਦ ਵਿਚਾਰ ਹੈ। ਝੰਗਰ ਨਾਥ ਦੇ ਪ੍ਰਸ਼ਨਾਂ ਦਾ ਉੱਤਰ ਦਿੰਦੇ ਹੋਏ ਕਿਹਾ, ਨਾ ਕੋਈ ਮੇਰਾ ਨਾਂ ਹੈ, ਨਾ ਕੋਈ ਮੇਰੀ ਜਾਤ ਹੈ, ਬਾਣੀ ਸਤਨਾਮ ਹੈ, ਸਿਫਤ ਸਲਾਹ ਗਾਉਣਾ ਹੀ ਕਰਮ ਹੈ। ਇੱਕ ਹੋਰ ਸਿੱਧ ਕਨੀਫੇ ਨੇ ਕਿਹਾ, ਕੰਨ ਪੜਵਾਏ ਬਗੈਰ, ਮੁੰਦਰਾਂ ਪਾਏ ਬਗੈਰ, ਗੋਰਖ ਨੂੰ ਗੁਰੂ ਬਣਾਏ ਬਗੈਰ ਪਰਮ ਪਦ ਪ੍ਰਾਪਤ ਨਹੀਂ ਹੋ ਸਕਦਾ। ਗੁਰੂ ਮਹਾਰਾਜ ਨੇ ਉੱਤਰ ਵਜੋਂ ਕਿਹਾ ਕਿ ਜੋਗੀ ਉਹ ਹੈ ਜੋ ਸਿਰਫ ਮਾਇਆ ਨੂੰ ਪਾੜੇ। ਏਕੋ ਚੀਰਾ ਜਾਣੇ ਜੋਗੀ, ਕਲਪ ਮਾਇਆ ਤੇ ਭਏ ਅਰੋਗੀ। ਉਸ ਉਪਰੰਤ ਹਨੀਫੇ ਸਿੱਧ ਦਾ ਪ੍ਰਸ਼ਨ ਸੀ, ਤੁਸੀਂ ਦੁਨੀਆ ਕਿਵੇਂ ਜਿੱਤੀ ਹੈ? ਮਹਾਰਾਜ ਦਾ ਕਹਿਣਾ ਹੈ, ਸੰਤ ਸੰਗ ਨਾਲ। ਗੋਪੀ ਚੰਦ ਨੇ ਪੁੱਛਿਆ ਕਿ ਤੁਹਾਡਾ ਇੱਧਰ ਆਉਣ ਦਾ ਮੰਤਵ ਕੀ ਹੈ ਅਤੇ ਮਾਤ ਲੋਕ ਵਿੱਚ ਕੀ ਵਰਤ ਰਿਹਾ ਹੈ? ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਨਿਰੋਲ ਇੱਧਰ ਆਉਣ ਦਾ ਮੰਤਵ ਤੁਹਾਨੂੰ ਲੋਕਾਂ ਦੇ ਦੁੱਖਾਂ ਵਿੱਚ ਸ਼ਾਮਿਲ ਕਰਨਾ ਹੈ। ਮਾਤ ਲੋਕ ਦੀ ਗੱਲ ਪੁੱਛਦੇ ਹੋ, ਉੱਥੇ ਤਾਂ ਸੱਚ ਚੰਦਰਮਾ ਕੂੜ ਅੰਧਾਰਾ। ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀਂ ਕਿਆ ਚੜਿਆ। ਉਹਨਾਂ ਪੁਰਸ਼ਾਂ ਨੂੰ ਮੈਂ ਢੂੰਡ ਰਿਹਾ ਹਾਂ ਜਿਨ੍ਹਾਂ ਨੂੰ ਕੁਝ ਕੁ ਸੋਝੀ ਆਈ ਹੈ ਤਾਂ ਕਿ ਹਨੇਰੇ ਨਾਲ ਲੜ ਸਕਣ। ਕੂੜ ਅਮਾਵਸ ਵਰਤਿਆ, ਹਉ ਭਲਾਇਨ ਚੜਿਆ ਸੰਸਾਰਾ। ਤੁਸੀਂ ਸਿੱਧ ਲੋਕ ਪਹਾੜਾਂ ਤੇ ਛੁਪ ਬੈਠੇ, ਲੁਕਾਈ ਦੀ ਸਾਰ ਕੌਣ ਲਵੇ? ਸਿੱਧ ਛਿਪ ਬੈਠੇ ਪਰਬਤੀ, ਕੌਣ ਜੁਗਤ ਕੋ ਪਾਰ ਉਤਾਰਾ। ਦੇਸ਼ ਦੀ ਹਾਲਤ ਇਹ ਹੈ, ਕੱਲ ਆਈ ਕੁੱਤੇ ਮੂੰਹੀ, ਖਾਜ ਹੋਇਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕਿਉਂ ਖਾਈ। ਪਰਜਾ ਅੰਧੀ ਗਿਆਨ ਬਿਨ, ਕੂੜ ਕਸੂਤ ਮੁਖ ਅਲਾਈ। ਚੇਲੇ ਸਾਜ ਵਜਾਈਂਦੇ, ਨਾਚ ਗੁਰੂ ਬਹੁਤ ਬਿਦ ਭਾਈ। ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘਰੀ ਨਿਤਾੜੇ ਜਾਈ। ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ। ਇਸਤਰੀ ਪੁਰਖੈ ਦਾਮ ਹਿਤ, ਭਾਵੇਂ ਆਏ ਕਿਥਾਉ ਜਾਈ। ਵਰਤਿਆ ਪਾਪ ਸਬਸ ਜਗ ਮਾਹੀ। ਕਿਹੜਾ ਝੱਲੇ ਗੁਰੂ ਦੀ ਝਾਲਾ। ਪੱਥਰਾਂ ਵਿੱਚ ਰਹਿ ਕੇ ਪੱਥਰ ਹੋ ਚੁੱਕੇ ਮਨਾਂ ਨੇ ਬਜਾਏ ਇਸ ਦੇ ਕਿ ਗੁਰੂ ਵੱਲੋਂ ਦੱਸੀ ਦਸ਼ਾ ਨੂੰ ਸਵਾਰਨ ਲਈ ਹੇਠਾਂ ਉਤਰਦੇ, ਸਗੋਂ ਉਲਟਾ ਮਨ ਵਿੱਚ ਇਹ ਵਿਚਾਰਿਆ ਕਿ ਐਸਾ ਨਾਨਕ ਜੇ ਉਹਨਾਂ ਦੇ ਪੰਥ ਤੇ ਟੁਰ ਪਏ ਤਾਂ ਉਹਨਾਂ ਦਾ ਨਾਂ ਰੌਸ਼ਨ ਕਰੇ। ਇਸ ਮੰਤਵ ਲਈ ਉਹਨਾਂ ਆਪਣਾ ਰੋਹਬ ਜਤਲਾਉਣ ਲਈ ਕਰਾਮਾਤ ਅਤੇ ਪੈਸੇ ਦਾ ਸਹਾਰਾ ਲਿਆ। ਭਾਈ ਗੁਰਦਾਸ ਜੀ ਅਨੁਸਾਰ ਉਹਨਾਂ ਇੱਕ ਖੱਪਰ ਗੁਰੂ ਨਾਨਕ ਦੇਵ ਜੀ ਨੂੰ ਦਿੱਤਾ ਕਿ ਨੇੜੇ ਦੇ ਤਲਾਬ ਚੋਂ ਪਾਣੀ ਭਰ ਲਿਆਉਣ। ਗੁਰੂ ਨਾਨਕ ਦੇਵ ਜੀ ਤਲਾਬ ਤੋਂ ਵਾਪਸ ਆ ਕੇ ਕਹਿਣ ਲੱਗੇ ਕਿ ਪਾਣੀ ਉੱਥੇ ਨਹੀਂ ਹੈ, ਤਾਂ ਸਿੱਧਾ ਕਿਹਾ ਕਿ ਉਹਨਾਂ ਨੇ ਉੱਥੇ ਰਤਨ ਜਵਾਹਰਾਤ ਨਹੀਂ ਦੇਖੇ। ਗੁਰੂ ਨਾਨਕ ਦੇਵ ਜੀ ਨੇ ਮੁੜਮਾ ਉੱਤਰ ਦਿੰਦੇ ਹੋਏ ਕਿਹਾ, ਲੈਣ ਉਹ ਪਾਣੀ ਗਏ ਸਨ, ਹੀਰਿਆਂ ਨਾਲ ਉਹਨਾਂ ਨੂੰ ਕੀ। ਸਿੱਧ ਇਹ ਸੁਣ ਸ਼ਰਮਸਾਰ ਹੋਏ ਅਤੇ ਗੁਰੂ ਨਾਨਕ ਦੇਵ ਜੀ ਦੀ ਅਜ਼ਮਤ ਅੱਗੇ ਸਿਰ ਝੁਕਾਇਆ। ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੈਵੇ ਬਾਲਾ। ਐਸਾ ਜੋਗੀ ਕਲ ਮਹਿ ਹਮਰੇ, ਪੰਥ ਕਰੇ ਉਜਿਆਲਾ। ਖੱਪਰ ਦਿੱਤਾ ਨਾਥ ਜੀ, ਪਾਣੀ ਭਰ ਲੈਵਣ ਉੱਠ ਚਾਲਾ। ਬਾਬਾ ਆਇਆ ਪਾਣੀਏ, ਡਿੱਠੇ ਰਤਨ ਜਵਾਹਰ ਲਾਲਾ। ਸਤਿਗੁਰੂ ਅਗਮ ਅਗਾਧ ਪੁਰਖ, ਕਿਹੜਾ ਝਲੇ ਗੁਰੂ ਦੀ ਝਾਲਾ। ਫਿਰ ਆਇਆ ਗੁਰ ਨਾਥ ਜੀ ਪਾਣੀ, ਠਿਓੜ ਨਹੀਂ ਉਸ ਤਾਲਾ। ਸ਼ਬਦ ਜਿਤ ਸਿੱਧ ਮੰਡਲੀ, ਕਿ ਤੋਸ ਆਪਣਾ ਪੰਥ ਨਿਰਾਲਾ। ਕਲਯੁਗ ਨਾਨਕ ਨਾਮ ਸੁਖਾਲਾ। ਗੋਪੀ ਚੰਦ ਨੇ ਪੁੱਛਿਆ ਕਿ ਕਿਸ ਤੀਰਥ ਤੇ ਇਸ਼ਨਾਨ ਕਰੀਏ, ਕਿਸ ਨੂੰ ਉੱਪਰ ਰੱਖੀਏ, ਕਿਸ ਨੂੰ ਹੇਠਾਂ, ਦੀਪਕ ਕਿਹੜਾ ਬਾਲੀਏ ਕਿ ਸਦਾ ਰੌਸ਼ਨੀ ਰਹੇ। ਤਾਂ ਗੁਰੂ ਮਹਾਰਾਜ ਦਾ ਉੱਤਰ ਸੀ, ਗੁਰਮੁਖ ਬਣ ਜਾਣ ਨਾਲ ਹੀ ਉਸ ਦਾ ਧਿਆਨ ਮਿਲ ਜਾਂਦਾ ਹੈ। ਸਤਿਗੁਰ ਦਾ ਮਿਲਣਾ ਹੀ ਅਸਲੀ ਇਸ਼ਨਾਨ ਹੈ। ਸਤਿਗੁਰ ਦੀ ਦਿੱਤੀ ਬਖਸ਼ਿਸ਼ ਹੀ ਨਿਰਮਲ ਕਰਦੀ ਹੈ। ਹਰ ਪਾਸੇ ਉਸ ਦੇ ਹੁਕਮ ਨੂੰ ਵੇਖਣਾ ਅਤੇ ਪਛਾਣਨਾ ਹੀ ਅਸਲ ਦੀਪਕ ਹੈ। ਗਿਆਨੀ ਬਿਮਲ
अज्ञानी मैला, सत वस्त के लागे गैला। ऊपर हुक्म हुक्म ही तले, हुक्म पछाणे दीपक जले। कह नानक सुन गोपी चंद, जपे अजपा काटे फंद। संगरनाथ ने जोग धारण करन लई कहा अते गृहस्थी वाली रीत छड्डना ही ठीक राह दस्या। गुरु नानक देव जी ने फरमाया कि गृहस्थ छड्ड के फिरना नीर नूं रिड़कण समान है। जे गृहस्थ ना होवे तां जग किवें चले। मूल गृहस्थ है। मूल बिटम को गृहस्थ पठानो, आश्रम अपर की शाखा जानो। उस दा अगला सवाल सी, तुसी काल किवें जित्तिया, माया किवें त्याग सुट्टी, काम आदिक किवें पछाड़ सुट्टे। गुरु जी दा बचन सी, सच नूं पछाणिया मौत नस गई, सुरत नूं शब्द विच लीन कीतियां माया भज गई। गुरु विचार नूं दृढ़ कीतियां कमादायक जित गए। अते जद यह जान लिया कि जन्म मरण उसे दे वस है तां मन टिक गया। सच जान कर काल गवाया, सुरत शब्द स्यों त्यागी माया। दृढ़ विचार विकार सब जीते, त्रैगुण मेटे भय अतीते। कह नानक सुन संगरनाथ, आउण जान हुक्म प्रभ साथ। दत्तात्रेय नां दे जोगी ने कहा, जो गल्लां तुसी दस रहे हो इस तरह दीयां गल्लां तां असी कदे नहीं सुणीआं। ना शास्त्रां ने यह दर्शाया है अते ना ही वैदां अते पुराणां ने। तुहाडे विचार तां हलचल मचा रहे हन। शास्त्र वेद पुराण यह विद किन्ने न लेखिया। हलचल उपजी मन नह ठहरत, सुन सुन तुम्हारी बातां। महाराज ने कहा कि परमात्मा दा नाम जप के देखो तां सही कि किन्नी रोशनी अते चमक मिलदी है। सच नाम जप के तुम देखो, दामन तै बड़ दम के। मानो दत जत कह नानक, घट घट साहिब चमके। सिद्धां दा एक सवाल ਇਹ ਸੀ कि तुसां रज्जे रज्जे लगदे हो, कोई तलखी तुहाडे विच नहीं। अंदरला इतना निर्मल तुसां किवें कर लिया, किहड़ा तप कीता, खांदे की हो। महाराज ने कहा, सिखो ऐ कोई शै खाण करके नहीं। गां रूपी खिमा नूं संतोख नाल चोआ, जो दुध हासिल होआ उस नूं अंदर दी अगन नाल ताण दे के शब्द दी जाग लगाई। साध संगत विच जाग टिका दिता अते मन विचार दा रेड़का पाया। मन विचार का मथन किया, आपे दा ख्याल छड्ड के भाणा मन्नण नूं रखना बनाया। ऐसा स्वाद आया कि रज गए। भाणा मन्नण चाख कर सादा, तृप्त भए श्री गुर प्रसादा। आप जी दे विचारां ने सिद्धां विच हलचल मचा दित्ती। अपने टिकाणिਆਂ ਤੋਂ ਸਾਰੇ ही हिल गए। यही ही कारण है कि खुणस खा के ਸਾਰੇ ਕੁਝ ਸਾਲਾਂ ਬਾਅਦ ਇਕੱਠੇ ਹੋ ਕੇ ਅਚਲ ਬਟਾਲਾ ਕਰਤਾਰਪੁਰ ਦੇ ਨੇੜੇ ਆਏ। ਮਹਾਰਾਜ ਆਪਣੇ ਮੰਤਵ ਵਿੱਚ ਕਾਮਯਾਬ ਸਨ। ਉਹਨਾਂ ਨੂੰ ਪਹਾੜਾਂ ਤੋਂ ਥੱਲੇ ਲੋਕਾਂ ਵਿੱਚ ਲਿਆਉਣਾ ਸੀ। ਉਹ ਉਸ ਵਿੱਚ ਸਫਲ ਹੋ ਗਏ। ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ, ਸਿੱਧਨਾਥ ਅਵਤਾਰ ਸਭ ਗੋਸ਼ਟ ਕਰ ਕਰ ਕੰਨ ਫੜਾਇਆ। ਅਤੇ ਹੁਣ सिद्ध आसन सब जगत दे, नानक आद मते जे कोआ। सारे सिद्धां दे आसना टिकाणियां ने गुरु नानक दा मत मन लिया। सब नानक मता होए। नेपाल, उत्थों आप जी नेपाल दी रियासत जा पुजे। चतरे नगर दे गुसाई ने गुरु दीख्या लई। उत्थों ही वराह खेतर पार करके पलटी झील दे किनारे हवेल खांची दे परबतां नूं चीरते कृष्ण ताल धौलगढ़ हुंदे होए खटमंडू नेपाल दी राजधानी पुजे। वराह खेतर विच बेरी वर्गे दरख्त हन, जिन्हां दे फल दी गुठली दे मणके सन्यासी पास रखते हैं। खटमंडू विखे पशुपति मंदिर लागे ही बागमती गंगा दे किनारे आप जी ने टिकाणा कीता अते शब्द गाविया। शब्द दी आवाज़ सुन के गुसाई चर्चा लई उठ आए। सब नूं महाराज ने शब्द विच जुड़न दा उपदेश दिता अते पखाण पूजा तो वरजिया। उत्थों दा राजा
ਰਣਬੀਰ ਸਿੰਘ ਗੁਰੂ ਜੀ ਦਾ ਸੰਗਤੀ ਬਣ ਗਿਆ। ਗੁਰੂ ਬਖਸ਼ਿਸ਼ ਨਾਲ ਰਾਜੇ ਘਰ ਸੰਤਾਨ ਵੀ ਹੋਈ। ਅੱਜ ਤੱਕ ਗੁਰੂ ਘਰ ਦਾ ਨੇਪਾਲ ਵਿਖੇ ਸਨਮਾਨ ਹੁੰਦਾ ਹੈ। ਤਿੱਬਤ ਦਰਿਆ ਸੁਨਕੋਸੀ ਅਰੁਣ ਪਾਰ ਕਰਕੇ ਕੰਚਨ ਜੰਗਾਂ ਤੋਂ ਹੁੰਦੇ ਅਤੇ ਸੁਨਹਿਰੀ ਪਹਾੜਾਂ ਨੂੰ ਲਿਤਾੜਦੇ ਹੋਏ ਸਿੱਕਮ ਦੇਸ਼ ਪਹੁੰਚੇ। ਮਰਦਾਨਾ ਜੀ ਨੇ ਕਿਹਾ ਕਿ ਅਸੀਂ ਤਾਂ ਸੋਨਾ ਲਿਤਾੜਦੇ ਜਾ ਰਹੇ ਹਾਂ, ਤਾਂ ਮਹਾਰਾਜ ਨੇ ਉੱਤਰ ਦਿੱਤਾ ਕਿ ਜਦ ਉੱਚੇ ਹੋ ਜਾਈਏ ਤਾਂ ਮਾਇਆ ਪੈਰਾਂ ਥੱਲੇ ਹੀ ਰਹਿੰਦੀ ਹੈ। ਉੱਤਰ ਵਾਲੇ ਪਾਸੇ ਸਿੱਕਮ ਦੀ ਰਾਜਧਾਨੀ ਗੰਗਟੋਕ ਪੁੱਜੇ। ਸਿੱਕਮ ਤੋਂ ਹੀ ਤਿੱਬਤ ਚਲੇ ਗਏ। ਕਈਆਂ ਦਾ ਕਹਿਣਾ ਹੈ ਕਿ ਜਨਮ ਸਾਖੀ ਵਿੱਚ ਜਿਸ ਅਲ ਲਾਚੀਨ ਦਾ ਜ਼ਿਕਰ ਹੈ ਉਹ ਚੀਨ ਦਾ ਸ਼ਹਿਰ ਹੈ ਅਤੇ ਉੱਥੇ ਹੀ ਚੀਨੀਆਂ ਦਾ ਵੱਡਾ ਮੇਲਾ ਹੁੰਦਾ ਹੈ। ਚੀਨ ਦੀ ਹੱਦ ਨੂੰ ਛੋਹ ਕੇ ਤਿੱਬਤ ਨੂੰ ਆਏ। ਤਿੱਬਤ ਨੂੰ ਲਾਮਿਆਂ ਦਾ ਦੇਸ਼ ਕਿਹਾ ਜਾਂਦਾ ਹੈ ਅਤੇ ਜਨਮ ਸਾਖੀ ਇਸ ਗੱਲ ਦੀ ਗਵਾਹ ਹੈ ਕਿ ਉਹ ਲਾਮਿਆਂ ਦੇ ਦੇਸ਼ ਗਏ। ਲਾਮਿਆਂ ਦੇ ਪ੍ਰਸਿੱਧ ਮੰਦਰ ਤੋਂ ਬਾਹਰ ਹੀ ਉਹਨਾਂ ਸ਼ਬਦ ਗਾਇਆ ਅਤੇ ਕਿਹਾ, ਜਿਸ ਲਾਮੇ ਨੂੰ ਤੁਸੀਂ ਪਰਮੇਸ਼ਰ ਮੰਨਦੇ ਹੋ ਉਹ ਪਰਮੇਸ਼ਰ ਨਹੀਂ ਹੈ। ਪਰਮੇਸ਼ਰ ਇੱਕ ਹੈ, ਅਮੂਰਤ ਹੈ, ਜਗਤ ਦਾ ਕਰਤਾ ਧਰਤਾ ਹੈ, ਸਰਵ ਸ਼ਕਤੀਮਾਨ ਹੈ। ਗੁਰੂ ਨਾਨਕ ਦੇਵ ਜੀ ਤਿੱਬਤ ਵਿੱਚ ਕਿੰਨੀ ਕੁ ਸ਼ੋਭਾ ਹੋਈ, ਉਸ ਦਾ ਵਰਣਨ ਅਜੋਕੇ ਇਤਿਹਾਸਕਾਰ ਕਰ ਰਹੇ ਹਨ। ਤਰੰਗ ਪੱਕਾ ਤੁਲਕੂ ਨੇ ਇੰਡੀਅਨ ਟਾਈਮਜ਼ ਵਿੱਚ ਲਿਖਿਆ ਸੀ ਕਿ ਗੁਰੂ ਨਾਨਕ ਦੇਵ ਜੀ ਨੂੰ ਸਾਰੇ ਤਿੱਬਤ ਵਿੱਚ ਪਦਮ ਸੰਭਵ ਦਾ ਅਵਤਾਰ ਸਮਝਿਆ ਜਾਂਦਾ ਹੈ। ਇਹ ਗੱਲ ਮੰਨੀ ਪ੍ਰਮੰਨੀ ਹੈ ਕਿ ਜਦ ਬੁੱਧ ਜੀ ਨੂੰ ਉਹਨਾਂ ਦੇ ਚੇਲਿਆਂ ਨੇ ਪੁੱਛਿਆ ਸੀ ਕਿ ਫੇਰ ਵੀ ਕਦੇ ਦਰਸ਼ਨ ਹੋਣਗੇ ਤਾਂ ਉਹਨਾਂ ਕਿਹਾ, ਹਾਂ, ਕਲਯੁਗ ਵਿੱਚ ਪੁਸਤਕ ਦੇ ਰੂਪ ਵਿੱਚ ਉਹ ਆਉਣਗੇ। ਉਸ ਸਮੇਂ ਉਹਨਾਂ ਦਾ ਪੂਰਾ ਆਦਰ ਦੇਣਾ ਅਤੇ ਅਗਵਾਈ ਲੈਣੀ। ਗੁਰੂ ਨਾਨਕ ਦੇਵ ਜੀ ਸ਼ਬਦ ਦਾ ਅਵਤਾਰ ਹਨ ਅਤੇ ਉਹਨਾਂ ਗੁਰ ਸ਼ਬਦ ਤੇ ਹੀ ਜ਼ੋਰ ਦਿੱਤਾ ਹੈ। ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਮੂਰਤੀਮਾਨ ਹੈ। ਸਾਰੇ ਤਿੱਬਤੀ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਜ਼ਰੂਰ ਕਰਦੇ ਹਨ। ਇਸੇ ਸਬੰਧ ਵਿੱਚ ਮੇਜਰ N ਈਸ਼ਰ ਨੇ ਲਿਖਿਆ ਸੀ ਕਿ ਜਦ ਉਹ ਸਿਲੀਗੁੜੀ ਤੋਂ ਗੰਗਟੋਕ ਪੁੱਜੇ ਤਾਂ ਉੱਥੋਂ ਉੱਤਰ ਵੱਲ ਤੁਰਦੇ ਪੈਗਾਂਗ ਜਾ ਨਿਕਲੇ। ਉੱਥੇ ਹੀ ਲੇਚਨਚੂ ਅਤੇ ਲਚੰਗਚੂ ਦਾ ਮੇਲ ਅਤੇ ਸ਼ੂਕ ਦੀ ਤਿਸਤਾ ਨਦੀ ਵਿੱਚ ਤਿੰਨਾਂ ਦਾ ਸੰਗਮ ਹੁੰਦੇ ਡਿਠਾ। ਜਦ ਪਿੰਡ ਚਨਥਾਂਗ ਪੁੱਜੇ ਤਾਂ ਉੱਥੇ ਸੇਬ ਅਤੇ ਮੱਕੀ ਦੀ ਥਾਂ ਕੇਲੇ ਅਤੇ ਚਾਵਲ ਦੇਖ ਹੈਰਾਨ ਹੋਏ। ਗਾਈਡ ਨੇ ਦੱਸਿਆ ਕਿ ਉੱਥੇ ਰਿੰਪੋਚੇ ਨਾਨਕ ਗੁਰੂ ਆਏ ਸਨ। ਉਸ ਪਿੰਡ ਪੁੱਜ ਕੇ ਜਦ ਗੁਰੂ ਨਾਨਕ ਦੇਵ ਜੀ ਨੇ ਕੇਲੇ ਦੇ ਪੱਤਿਆਂ ਵਿੱਚ ਚਾਵਲ ਖਾਣ ਲਈ ਕੱਢੇ ਤਾਂ ਇਰਦ ਗਿਰਦ ਦੇ ਨਿਵਾਸੀ ਇਕੱਠੇ ਹੋ ਗਏ। ਉਹਨਾਂ ਨਾ ਕਦੇ ਚਾਵਲ ਅਤੇ ਨਾ ਹੀ ਕਦੇ ਕੇਲਾ ਡਿੱਠਾ ਸੀ। ਉਹਨਾਂ ਦੀ ਹੈਰਾਨੀ ਦੇਖ ਪਰਉਪਕਾਰੀ ਗੁਰੂ ਨਾਨਕ ਨੇ ਚਾਵਲ ਖਾਣ ਦੀ ਥਾਂ ਚਾਰੇ ਪਾਸੇ ਖਿਲਾਰ ਦਿੱਤੇ ਅਤੇ ਕੇਲੇ ਦੇ ਪੱਤੇ ਵੀ ਜ਼ਮੀਨ ਵਿੱਚ ਦੱਬ ਦਿੱਤੇ। ਸਮਾਂ ਪਾ ਕੇ ਕੇਲੇ ਅਤੇ ਚਾਵਲ ਉੱਥੇ ਹੋਏ ਜੋ ਅੱਜ ਵੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਦੀ ਗਵਾਹੀ ਦੇ ਰਹੇ ਹਨ। ਉਸ ਗਾਈਡ ਦੇ ਕਥਨ ਅਨੁਸਾਰ ਗੁਰੂ ਜੀ ਉੱਥੋਂ ਹੀ ਤਿੱਬਤ ਗਏ ਸਨ। ਖੋਰਾ ਲਾ ਹੀ ਉੱਤਰੀ ਸਿੱਕਮ ਨੂੰ ਤਿੱਬਤ ਦੀ ਚੁੰਬੀ ਵਾਦੀ ਨਾਲ ਮਿਲਾਉਂਦਾ ਹੈ। ਖੋਰਾ ਲਾ ਰਿੱਜ ਦੇ ਹੇਠਾਂ ਪਾਈਕੋ ਪਿੰਡ ਦੇ ਬਾਹਰ ਇੱਕ ਸਿਲਾ ਪਈ ਹੋਈ ਹੈ ਜਿਸ ਤੇ ਗੁਰੂ ਨਾਨਕ ਦੇਵ ਜੀ ਦੀ ਉਦਾਸੀ ਦਾ ਹਾਲ ਲਿਖਿਆ ਹੋਇਆ ਹੈ। ਤਿੱਬਤ ਤੋਂ ਯਰਕੰਦ ਹੁੰਦੇ ਹੋਏ ਲਦਾਖ ਪੁੱਜੇ। 24 ਅਕਤੂਬਰ 1969 ਦੇ ਅਖਬਾਰ ਹਿੰਦੁਸਤਾਨ ਟਾਈਮਜ਼ ਦਿੱਲੀ ਵਿੱਚ KM ਵੈਦ ਫੋਰਸਿਟ ਇੰਸਟੀਚਿਊਟ ਦੇਹਰਾਦੂਨ ਦੀ ਇੱਕ ਚਿੱਠੀ ਛਪੀ ਹੈ ਜਿਸ ਵਿੱਚ ਜ਼ਿਕਰ ਹੈ ਕਿ ਗੁਰੂ ਨਾਨਕ ਦੇਵ ਜੀ ਯਰਕੰਦ ਤੋਂ ਹੋ ਕੇ ਲਦਾਖ ਪੁੱਜੇ ਸਨ। ਉਹਨਾਂ ਦਾ ਲਿਖਣਾ ਹੈ ਕਿ ਉਹ ਪਿੱਛੇ ਜਿਹੇ ਲੇਹ ਵਿੱਚ ਸੀ ਅਤੇ ਵੱਡੀ ਸੜਕ ਬਣ ਰਹੀ ਸੀ। ਸੜਕ ਕਿਨਾਰੇ ਇੱਕ ਵੱਡੀ ਚਟਾਨ ਨੂੰ ਜਦ ਇੰਜੀਨੀਅਰ ਬਰੂਦ ਨਾਲ ਉਡਾਉਣ ਲੱਗੇ ਤਾਂ ਉੱਥੋਂ ਦੇ ਲੋਕੀ ਆ ਕੇ ਕਹਿਣ ਲੱਗੇ ਕਿ ਉਸ ਨੂੰ ਨਾ ਤੋੜਨ ਕਿਉਂਕਿ ਇਹ ਕਿਸੇ ਵੱਡੇ ਮਹਾਂਪੁਰਖ ਦੀ ਯਾਦ ਹੈ ਅਤੇ ਉਸ ਨੂੰ ਨਾਨਕ ਸ਼ਾਹ ਕਹਿੰਦੇ ਹਨ। ਉਹਨਾਂ ਇਹ ਵਾਰਤਾ ਵੀ ਸੁਣਾਈ ਕਿ ਜਦ ਗੁਰੂ ਨਾਨਕ ਦੇਵ ਜੀ ਸਿੱਧਾਂ ਨੂੰ ਜਿੱਤ ਕੇ ਵਾਪਸ ਆ ਰਹੇ ਸਨ ਤਾਂ ਕੁਝ ਸਿੱਧਾਂ ਦੇ ਸਾਥੀਆਂ ਨੇ ਗੁੱਸੇ ਵਿੱਚ ਨਾਨਕ ਸ਼ਾਹ ਤੇ ਪਹਾੜ ਸੁੱਟ ਦਿੱਤਾ। ਪਹਾੜ ਗੁਰੂ ਨਾਨਕ ਦੇ ਨੇੜੇ ਆਉਂਦਿਆਂ ਹੀ ਮੋਮ ਹੋ ਗਿਆ ਅਤੇ ਗੁਰੂ ਨਾਨਕ ਦੇਵ ਜੀ ਜਦ ਪਹਾੜ ਵਿੱਚੋਂ ਬਾਹਰ ਨਿਕਲੇ ਤਾਂ ਉਹਨਾਂ ਦਾ ਪੂਰਾ ਖਲੌਤਾ ਚਿੱਤਰ ਉੱਥੇ ਬਣਿਆ ਹੋਇਆ ਸੀ। ਜਿਸ ਚਟਾਨ ਨੂੰ ਤੁਸੀਂ ਉਡਾਉਣਾ ਚਾਹੁੰਦੇ ਹੋ ਉਹ ਚਿੱਤਰ ਉਸ ਵਿੱਚ ਬਣਿਆ ਹੋਇਆ ਹੈ।
जद अगे वध के वेख्या तां सचमुच चित्र बनिया होया सी। लेह विच उत्थे ही हुण गुरुद्वारा बन गया है। लेह तो आप जी गिलगत अते अस्करदू पुजे। अस्करदू नूं हुण तक नानक पीर दी थां कहिंदे हन। उत्थों दा कलंदर गौस बुखारी उत्थों दे हाकम नूं वस करके जबरदस्ती इस्लाम फैला रहा सी। गुरु जी ने उसनूं ऐसा करन तो रोकिया अते जबर जोर नाल धर्म फैलाउण तो वरजिया। उत्थों आप जी दर्रा संस्थान लंघ के वूलर झील के किनारे जेलम पार करके श्रीनगर पुजे। श्रीनगर विखे आप जी ने अपना टिकाणा हरी पर्बत ते कीता। शंकरचार्य दी टीसी भी देखी अते उत्थों दे लोकां नूं भगती मार्ग ते तुरन लई प्रेरिया। मटन साहिब उत्थों आप जी अवंतीपुर बीज बिहाड़ा अनंतनाग अते मटन साहिब पुजे। मटन ही आप जी नाल चर्चा करन लई ब्रह्मदत्त आ पुजा। ब्रह्मदत्त पुस्तकां दे गड्ढे भर के नाल रखदा सी अते ज्ञान चर्चा विच सारिआं नूं जित के ईन मनवाउंदा सी। पुस्तक लदे उष्ट जिन दो दा वर्णन करदे नाल ही लिखिया है कि विद्वान तां बड़ा सी पर हंकार ने अकल मारी होई सी। विद्या अधिक गर्भ मत खाम। सालग्राम गल विच अते तन ते 12 तिलक लगाई रखदा सी। गुरु पातशाह ने उस नूं ज्ञान चक्षु बख्शे। आसा दी वार दे श्लोक। पड़ पड़ गड्डी लद्दे पड़ पड़ भरिए साथ पड़ पड़ बेड़ी पाईए पड़ पड़ गड्ढिया है खात। पड़ पड़ जेते बरस बरस पढ़िया जेते मास पढ़िया जेती आरजा पढ़िया जेते सास। नानक लेखे एक गल होर हउमै झखना झाख अते नानक नदर करे सो पावे आसा अंदेसे ते नह केवल ह्यूमे शब्द जलाए। महाराज ने कहा ब्रह्मदत्त जी तुसी केवल पढ़दे हो पढ़िया जीवन विच नहीं ढालिया। कदे ख्याल तां कीता होवेगा कि सिकलीगर हथियार बना बना धरी जांदा है पर वरतन दा वल ना आवण करके सूरमा नहीं कहला सकदा सिर्फ हथियारां नूं वेचदा है। इसे तरह जो निरा पढ़दा है पर विचारदा वरतदा अते अपनाउंदा नहीं सिकलीगर वांग निरा वेचण वाला है। पढ़िया जीव का कारण जो बेचनहार सुसरत समसोऊ। विद्वान तां ओह है जिस दा मन टिकिया होवे टिके मन दा दूजे ते आप मुहारे प्रभाव पैंदा है। हे पंडित जब मन को मारो तब जितोगे सकल संसारो। आप जी ने जद यह श्लोक पढ़े तां ओह पैरियां ढट्ठा। ब्रह्मदत्त ने जद नदर दा राह पुछया तां गुरु जी ने माया नूं लिताड़ना अते ह्यूमे नूं गवाउणा ही दस्सिया। दुनिया माया हथों मार खा रही है अते असल ज्ञानी माया नूं मारदा है। यह प्रतੱਖ दर्शा भी दिता कि जिस माया दा दाबा मन लिया उस नूं माया होर दबांदी है। ब्रह्मदत्त नूं उसे धर्मसाल बनाउण लई कहा अते बनवाई भी गई। सूरज प्रकाश दी गवाही है। धर्मसाल एक रची महानी नाम दया इशनान दृढ़ायो सिੱਖੀ मग तिस देश चलायो। उस दे साथी कमाल ने जिस नूं जन्म साखी विच कनाल लिखिया है सिੱਖੀ धारण की। कनाल अते ब्रह्मदास ने सारे कश्मीर विच फिर के सिੱਖੀ दा प्रचार किया। मैकालफ दा कहना है कि जद पंडित ने गुरु जी पासों पूछया कि इस संसार विच कौन सुखी है तो गुरु नानक देव जी ने कहा कि उंज तां सारा जगत ही दुखी है पर मन्ने नाओ सोई जिन जाए अयूरी कर्म ना लेखे लाए। नाम विच रहन वाला ही सुखी है बाकी सब भटक रहे हैं। उसका अगला प्रश्न सी तुसी किस सिद्धांत विच विश्वास रखते हो। महाराज दा फरमान सी अभी कभी किछु न जाना तेरा एको नाम पछाना। होर पंडित भी इकट्ठे होए आए अते अपनी मानसिक दशा का जिक्र करदे कहा कि वह नित अते नैमत कर्म करते हैं पर उन्हां दा हंकार नहीं जाता। गुरु नानक देव जी का कहना सी नाम जपो तुहाडे कर्म पवित्र हो जाणगे।
ਪੰਡਤਾਂ ਦਾ ਹੋਰ ਪ੍ਰਸ਼ਨ ਸੀ ਕਿ ਨਾਮ ਤਾਂ ਉਸ ਦਾ ਜਪੀਦਾ ਹੈ ਜਿਹੜਾ ਆਪ ਤੋਂ ਭਿੰਨ ਹੋਵੇ ਔਰ ਜੋ ਆਪਣਾ ਆਪ ਹੈ, ਇਸ ਦਾ ਕਿਆ ਨਾਮ ਜਪਣਾ। ਮਹਾਰਾਜ ਨੇ ਫਰਮਾਇਆ, ਜਿਵੇਂ ਆਰਸੀ ਤੇ ਜੰਗਾਲ ਚੜ ਜਾਂਦਾ ਹੈ, ਉਸ ਨੂੰ ਸ਼ੁੱਧ ਕਰੀਂਦਾ ਹੈ, ਫਿਰ ਆਪਣਾ ਮੁਖ ਭਾਸਦਾ ਹੈ, ਇਵੇਂ ਮਨ ਨੂੰ ਹਿਊਮੇ ਦੀ ਮੈਲ ਲੱਗੀ ਹੈ, ਉਸ ਮੈਲ ਕਾਰਨ ਆਤਮਾ ਦਾ ਦਰਸ਼ਨ ਨਹੀਂ ਹੁੰਦਾ। ਸੋ ਜੋ ਮਹਾਰਾਜ ਦਾ ਨਾਮ ਜਪਤਾ ਹੈ ਤਾਂ ਹਿਊਮੇ ਕੀ ਮੈਲ ਦੂਰ ਹੁੰਦੀ ਹੈ, ਤਬ ਆਤਮਾ का दर्शन ਹੁੰਦਾ ਹੈ। ਸਾਰਿਆਂ ਸਿਰ ਝੁਕਾਇਆ ਅਤੇ ਬੇਨਤੀ ਕੀਤੀ ਕਿ ਉਹ ਉੱਥੇ ਹੀ ਟਿਕਣ ਤਾਂ ਕਿ ਖੋਟੇ ਕਰਮ ਮਿਟ ਜਾਣ। ਬਚਨ ਹੋਆ, ਮੇਰਾ ਸਰਗੁਣ ਰੂਪ ਦੇਹ ਹੈ ਅਤੇ ਨਿਰਗੁਣ ਰੂਪ ਸ਼ਬਦ ਹੈ। ਸ਼ਬਦ ਦੇ ਅਭਿਆਸ ਨਾਲ ਖੋਟੇ ਕਰਮ ਮਿਟ ਜਾਣਗੇ ਅਤੇ ਸਦਾ ਮੇਲ ਵੀ ਬਣਿਆ ਰਹੇਗਾ। ਐਸ਼ ਮੁਕਾਮ, ਆਪ ਜੀ ਉੱਥੋਂ ਐਸ਼ ਮੁਕਾਮ ਵੱਲ ਚੱਲ ਪਏ। ਐਸ਼ ਮੁਕਾਮ ਤੇ ਇੱਕ ਆਜੜੀ ਨੇ ਆਪ ਜੀ ਨੂੰ ਆਪਣੀਆਂ ਬੱਕਰੀਆਂ ਦਾ ਦੁੱਧ ਚੋ ਕੇ ਪਿਲਾਇਆ, ਉਸ ਨੂੰ ਸੋਝੀ ਦਿੱਤੀ। ਜਦ ਇੱਕ ਹੋਰ ਅਜਾੜੀ ਨੇ ਰਤਾ ਕੂ ਮਜ਼ਾਕ ਕੀਤਾ ਤਾਂ ਆਪ ਨੇ ਸਹਿਜ ਸੁਭਾਅ ਕਿਹਾ, ਭਲੇ ਲੋਕ ਆਪਣੀਆਂ ਭੇਡਾਂ ਬੱਕਰੀਆਂ ਸੰਭਾਲ। ਉਸ ਦਾ ਇੱਜੜ ਐਸਾ ਖਿਲ ਰਿਹਾ ਕਿ ਭਾਲਿਓ ਵੀ ਨਾ ਮਿਲੇ। ਉਸ ਗੁਰੂ ਦੇ ਚਰਨ ਪਕੜੇ ਅਤੇ ਸਭ ਇੱਜੜ ਇੱਕ ਥਾਂ ਇਕੱਠਾ ਹੋ ਗਿਆ। ਗੁਰੂ ਜੀ ਦਰਸਾ ਰਹੇ ਸਨ ਕਿ ਸਹਿਜ ਦਾ ਜੀਵਨ ਗੁਜ਼ਾਰਿਆਂ ਇੰਦਰੇ ਆਪਣੀ ਆਪਣੀ ਥਾਈਂ ਟਿਕੇ ਰਹਿੰਦੇ ਹਨ, ਪਰ ਵਾਧੂ ਗੱਲਾਂ ਕੀਤਿਆਂ ਜੀਵਨ ਹੀ ਉਥਲ ਪੁਥਲ ਹੋ ਜਾਂਦਾ ਹੈ। ਬਨਿਹਾਲ, ਉੱਥੋਂ ਆਪ ਜੀ ਪਹਿਲਗਾਮ ਅਮਰਨਾਥ ਤੱਕ ਗਏ, ਮੁੜਦੇ ਅਨੰਤਨਾਗ ਦੇ ਰਾਹ ਕਾਂਜੀਗੁੰਡ ਅਤੇ ਫਿਰ ਬਨਿਹਾਲ ਦੇ ਪਰਬਤ ਪਾਰ ਕਰਕੇ ਰਾਮਬਣ ਅਤੇ ਵੈਸ਼ਨੋ ਦੇਵੀ ਦੇ ਮੰਦਰ ਪੁੱਜੇ। ਵੈਸ਼ਨੋ ਦੇਵੀ ਵਾਲੇ ਪਹਾੜ ਦੇ 3 ਕਿੰਗਰੇ ਬਹੁਤ ਉੱਚੇ ਹਨ ਅਤੇ ਇਸ ਨੂੰ ਤ੍ਰਿਕੂਟਾ ਵੀ ਆਖਦੇ ਹਨ। ਇੱਥੋਂ ਦੀ ਗੁਫਾ ਦਾ ਨਾਮ ਗਰਭਜੋਨ ਰੱਖਿਆ ਹੋਇਆ ਹੈ। ਗੁਫਾ ਦੇ ਬੂਹੇ ਅੱਗੇ ਬੈਠ ਕੇ ਆਪ ਜੀ ਨੇ ਮਾਰੂ ਰਾਗ ਵਿੱਚ ਇਹ ਸ਼ਬਦ ਪੜ੍ਹਿਆ, ਛੋੜ ਪ੍ਰਾਣੀ ਕੂੜ ਕਬਾੜਾ, ਕੂੜ ਮਾਰੇ ਕਾਲ ਉਸ਼ਹਾੜਾ, ਸਾਖਤ ਕੂੜ ਪਚਹਿ ਮਨ ਹਉਮੈ, ਦੋਹ ਮਾਰਗ ਪਚੇ ਪਚਾਈ ਹੈ, ਛੋੜੇ ਨਿੰਦਾ ਤਾਤੀ ਪਰਾਈ, ਪੜ ਪੜ ਦਜਹਿ ਸਾਤ ਨ ਆਈ, ਮਿਲ ਸਤ ਸੰਗਤ ਨਾਮ ਸਲਾਹੋ, ਆਤਮ ਰਾਮ ਸਖਾਈ ਹੈ। ਤੇ ਐਸੇ ਪਖੰਡ ਕਰਮ ਤੋਂ ਵਰਜਿਆ। ਜੰਮੂ, ਉੱਥੋਂ ਆਪ ਜੀ ਜੰਮੂ ਪੁੱਜੇ। ਗੁਮੰਟ ਦਰਵਾਜ਼ੇ ਤੋਂ ਲੰਘਦੇ ਆਪ ਜੀ ਵੱਡੇ ਮੰਦਰ ਰਘੂਨਾਥ ਗਏ। ਜੰਮੂ ਜਾਮਵੰਤ ਦੇ ਨਾਂ ਤੇ ਵਸਿਆ ਸ਼ਹਿਰ ਹੈ। ਇਸ ਨੂੰ ਮੰਦਰਾਂ ਦਾ ਸ਼ਹਿਰ ਵੀ ਕਹਿੰਦੇ ਹਨ। ਜਾਮਵੰਤ ਦੀ ਗੁਫਾ ਪ੍ਰਸਿੱਧ ਹੈ। ਇਸ ਗੁਫਾ ਵਿੱਚ ਜਦ ਹਵਾ ਚਲੀ ਜਾਂਦੀ ਹੈ ਤਾਂ ਅੰਦਰੋਂ ਛੂ ਛੂ ਦੀ ਆਵਾਜ਼ ਆਉਣ ਤੇ ਜੋਗੀ ਕਹਿੰਦੇ ਹਨ ਕਿ ਦੇਖੋ, ਜਾਮਵੰਤ ਅੰਦਰ ਬੈਠਾ ਹੋਇਆ ਸਾਹ ਲੈ ਰਿਹਾ ਹੈ। ਲੋਕੀ ਪੂਜਾ ਕਰਦੇ ਅਤੇ ਪਦਾਰਥ ਚੜਾਉਂਦੇ ਹਨ। ਇਸ ਖੱਡ ਦਾ ਨਾਮ ਰਾਮ ਖੋਹ ਰੱਖਿਆ ਹੋਇਆ ਸੀ। ਔਰੰਗਜ਼ੇਬ ਨੇ ਉਸ ਨੂੰ ਕਬਜ਼ੇ ਵਿੱਚ ਕਰਕੇ ਪੀਰ ਖੋਹ ਕਰ ਦਿੱਤਾ। ਮਹਾਰਾਜ ਨੇ ਪਖੰਡ ਤੋਂ ਵਰਜਿਆ ਅਤੇ ਫਰਮਾਇਆ ਕਿ ਮਮਤਾ ਵਧੇ ਨਾ ਉਹ ਅਵਧੂਤ ਹੀ ਰਹੇ ਹਨ ਅਤੇ ਨਾ ਸੰਸਾਰੀ। ਐਸੀ ਦੋਗਲੀ ਜ਼ਿੰਦਗੀ ਦਾ ਤਿਆਗਣਾ ਹੀ ਠੀਕ ਧਰਮ ਹੈ। ਮਮਤਾ ਮੋਹ ਕਾਮਣੀ ਹਿਤਕਾਰੀ, ਨਾ ਅਵਧੂਤ ਨਾ ਸੰਸਾਰੀ। ਉਹਨਾਂ ਨੂੰ ਦੰਭ ਛਲ ਅਤੇ ਪੱਥਰ ਪੂਜਾ ਤਿਆਗਣ ਲਈ ਕਿਹਾ। ਜੰਮੂ ਦਾ ਰਾਜਾ ਸੋਭਾ ਸੁਣ ਕੇ ਨੰਗੇ ਪੈਰੀ ਦਰਸ਼ਨਾਂ ਨੂੰ ਆਇਆ। ਜਦ ਉਸ ਨੇ ਉਪਦੇਸ਼ ਦੇਣ ਲਈ ਕਿਹਾ ਤਾਂ ਆਪ ਜੀ ਨੇ ਫਰਮਾਇਆ, ਪਰਜਾ ਨਾਲ ਇਨਸਾਫ ਕਰਨਾ, ਆਪਣਾ ਸੁੱਖ ਐਸ਼ ਗਵਾ ਕੇ ਪਰਜਾ ਨੂੰ ਖੁਸ਼ਹਾਲ ਕਰਨਾ, ਐਸਾ ਪ੍ਰਬੰਧ ਕਰਨਾ ਕਿ ਰਿਆਸਤ ਵਿੱਚ ਕਿਸੇ ਨੂੰ ਖਾਣ ਪੀਣ ਦੀ ਥੁੜ ਨਾ ਰਹੇ, ਰੱਬ ਦਾ ਭੈ ਅਤੇ ਸ਼ਰਧਾ ਦਿਲ ਵਿੱਚ ਰੱਖਣੀ, ਦਇਆ ਧਰਮ ਅਤੇ ਨਿਆਂ ਦਾ ਰਾਜ ਰੱਖਣਾ। ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿੱਚ, ਦੀਜੇ ਸਦਾ ਧਰਮ ਕੋ ਨਿਆਉ, ਲੋਭ ਪਰ ਨਾਹੀ ਕਰ ਕਰ ਨਿਆਉ, ਸੇਵਾ ਸੰਤਨ ਕੀ ਚਿਤ ਦੀਜੈ, ਨਗਨ ਛਿੜਿਤ ਪਰ ਕਰੁਣਾ ਕੀਜੈ। ਜੰਮੂ ਤੋਂ ਆਪ ਜੀ ਸਿਆਲਕੋਟ ਗਏ। ਸਿਆਲਕੋਟ, ਜਦ ਗੁਰੂ ਪਾਤਸ਼ਾਹ ਸਿਆਲਕੋਟ ਪੁੱਜੇ ਤਾਂ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਸੀ। ਇੱਕ ਹਮਜ਼ਾ ਗੌਸ ਦੇ ਨਾਂ ਦਾ ਪੀਰ ਇੱਥੇ ਕਹਿ ਕੇ ਚਲੀਹਾ ਕੱਟ ਰਿਹਾ ਸੀ ਕਿ ਸਾਰਾ ਸ਼ਹਿਰ ਹੀ ਝੂਠਿਆਂ ਦਾ ਹੈ ਅਤੇ 40 ਦਿਨਾਂ ਦੇ ਵਰਤ ਬਾਅਦ ਉਹ ਜਦ ਆਪਣੀ ਗੁਫਾ ਵਿੱਚੋਂ ਬਾਹਰ ਨਿਕਲੇਗਾ ਤਾਂ ਸਾਰਾ ਸ਼ਹਿਰ ਕਰਾਮਾਤੀ ਸ਼ਕਤੀਆਂ ਨਾਲ ਤਬਾਹ ਕਰ ਦੇਵੇਗਾ।
ਗੁਰੂ ਮਹਾਰਾਜ ਉਸ ਦੀ ਗੁਫਾ ਦੇ ਬਾਹਰ ਜਾ ਬੈਠੇ ਅਤੇ ਸ਼ਬਦ ਦੀ ਉੱਚੀ ਧੁਨ ਕੱਢੀ। ਗੁਫਾ ਵਿੱਚ ਤਰੇੜ ਪਈ ਤਾਂ ਉਹ ਬਾਹਰ ਆਇਆ ਅਤੇ ਕਹਿਣ ਲੱਗਾ ਕਿ ਤੁਸੀਂ ਕੌਣ ਹੋ ਜੋ ਇਹਨਾਂ ਝੂਠਿਆਂ ਦੀ ਇਮਦਾਦ ਤੇ ਆਏ ਹੋ। ਮਹਾਰਾਜ ਨੇ ਕਿਹਾ ਕਿ ਇਹ ਪੀਰੀ ਨਹੀਂ ਕਿ ਇੱਕ ਦੇ ਝੂਠ ਨਾਲ ਸਜ਼ਾ ਸਾਰੇ ਸ਼ਹਿਰ ਨੂੰ ਦਿੱਤੀ ਜਾਏ। ਜੇ ਇੱਕ ਨੇ ਉਸ ਨਾਲ ਕੀਤੇ ਪ੍ਰਣ ਅਨੁਸਾਰ ਆਪਣਾ ਲੜਕਾ ਉਸ ਦੇ ਹਵਾਲੇ ਨਹੀਂ ਕੀਤਾ ਤਾਂ ਬਾਕੀਆਂ ਨੂੰ ਸਜ਼ਾ ਦੇਣੀ ਧਰਮ ਨਹੀਂ। ਫਿਰ ਵੀ ਉਸ ਦੀ ਤਸੱਲੀ ਲਈ ਇਹ ਦਰਸਾਇਆ ਜਾ ਸਕਦਾ ਹੈ ਕਿ ਸਿਆਲਕੋਟ ਵਿੱਚ ਜੀਵਨ ਦਾ ਮਹੱਤਵ ਸਮਝਣ ਵਾਲੇ ਵੀ ਵਸਦੇ ਹਨ। ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਬਾਜ਼ਾਰ ਵਿੱਚ ਭੇਜਿਆ ਕਿ ਉਹ ਇੱਕ ਪੈਸੇ ਦਾ ਸੱਚ ਅਤੇ ਇੱਕ ਪੈਸੇ ਦਾ ਝੂਠ ਖਰੀਦ ਲਿਆਵੇ। ਕਈਆਂ ਤਾਂ ਮਖੌਲ ਹੀ ਜਾਣਿਆ, ਪਰ ਭਾਈ ਮੂਲਾ ਨਾਂ ਦੇ ਖੱਤਰੀ ਨੇ 2 ਪੈਸੇ ਲੈ ਕੇ ਇੱਕ ਕਾਗਜ਼ ਦੇ ਪੁਰਜੇ ਤੇ ਲਿਖ ਦਿੱਤਾ, ਜੀਵਣਾ ਝੂਠ, ਅਤੇ ਦੂਜੇ ਤੇ ਲਿਖ ਦਿੱਤਾ, ਮਰਨਾ ਸੱਚ। ਦੋਵੇਂ ਕਾਗਜ਼ ਦੇ ਪੁਰਜੇ ਲੈ ਕੇ ਜਦ ਭਾਈ ਮਰਦਾਨਾ ਜੀ ਪੁੱਜੇ ਤਾਂ ਨਾਨਕ ਦੇਵ ਜੀ ਨੇ ਦੋਵੇਂ ਟੁਕੜੇ ਪੀਰ ਅੱਗੇ ਧਰ ਕੇ ਉਸ ਦੀ ਤਸੱਲੀ ਕਰਵਾਈ। ਹਮਜ਼ਾ ਗੌਸ ਨੂੰ ਉਪਦੇਸ਼ ਦਿੰਦੇ ਫਰਮਾਇਆ, ਪੀਰ ਜੀ, ਰੱਬ ਦੀ ਵਾਹਿਦ ਸ਼ਕਤੀ ਨੂੰ ਕਦੀ ਵੀ ਵੰਗਾਰਨਾ ਨਹੀਂ ਚਾਹੀਦਾ। ਰੱਬ ਦਾ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈਣਾ ਚਾਹੀਦਾ। ਉਹ ਆਪ ਹੀ ਜਾਣਦਾ ਹੈ ਕਿ ਪਾਪੀਆਂ ਅਕ੍ਰਿਤਘਣਾਂ ਨੂੰ ਕਦ ਸਜ਼ਾ ਦੇਣੀ ਹੈ ਅਤੇ ਕਿਵੇਂ ਦੇਣੀ ਹੈ। ਫਕੀਰਾਂ ਦਾ ਇੱਕ ਹੀ ਕੰਮ ਹੈ ਕਿ ਪ੍ਰਭੂ ਦੀ ਬੰਦਗੀ ਵਿੱਚ ਜੁਟੇ ਰਹਿਣਾ। ਉਹਨਾਂ ਨੂੰ ਜੰਜਾਲਾਂ ਵਿੱਚ ਨਹੀਂ ਫਸਣਾ ਚਾਹੀਦਾ। ਇੱਕ ਮਮਤਾ ਵਿੱਚੋਂ ਨਿਕਲ ਕੇ ਦੂਜੇ ਵਿੱਚ ਪੈਣ ਦਾ ਕੀ ਲਾਭ। ਜਿਸ ਬੇਰੀ ਦੇ ਦਰਖਤ ਹੇਠਾਂ ਗੁਰੂ ਨਾਨਕ ਦੇਵ ਜੀ ਬੈਠੇ ਅਤੇ ਉਪਦੇਸ਼ ਦਿੱਤਾ, ਉੱਥੇ ਗੁਰੂ ਜੀ ਦੀ ਯਾਦ ਵਿੱਚ ਗੁਰਦੁਆਰਾ ਬਣਿਆ ਹੋਇਆ ਹੈ। ਉੱਥੋਂ ਗੁਰੂ ਪਾਤਸ਼ਾਹ ਪਸਰੂਰ ਪੁੱਜੇ। ਮੀਆਂ ਮਿੱਠਾ ਪਸਰੂਰ ਮੀਆਂ ਮਿੱਠਾ ਨਾਂ ਦਾ ਇੱਕ ਪੁੱਜਿਆ ਹੋਇਆ ਫਕੀਰ ਰਹਿੰਦਾ ਸੀ। ਕਹਿੰਦੇ ਹਨ ਕਿ ਫਰੀਦ, ਸ਼ਕਰਗੰਜ ਅਤੇ ਮੀਆਂ ਮਿੱਠਾ ਨੇ ਜਿਸ ਮਿਠਾਸ ਨਾਲ ਇਸਲਾਮ ਪ੍ਰਚਾਰਿਆ ਸੀ, ਉਹ ਹੋਰ ਕਿਸੇ ਦੇ ਹੱਥ ਨਹੀਂ ਆਇਆ। ਮੀਆਂ ਮਿੱਠਾ ਨੇ ਆਪਣੇ ਸਿਧਾਂਤ ਦੀ ਵਿਆਖਿਆ ਦਿੰਦੇ ਹੋਏ ਕਿਹਾ, ਪਹਿਲਾ ਨਾਉ ਖੁਦਾਏ ਦਾ, ਦੂਜਾ ਨਾਉ ਰਸੂਲ, ਨਾਨਕ ਕਲਮਾ ਜੇ ਪੜ੍ਹੇ ਤਾਂ ਦਰਗਾਹ ਪਾਵੇ ਕਬੂਲ। ਗੁਰੂ ਨਾਨਕ ਦੇਵ ਜੀ ਨੇ ਮੋੜਵਾਂ ਉੱਤਰ ਦਿੰਦੇ ਹੋਏ ਫਰਮਾਇਆ, ਮੀਆਂ ਮਿੱਠਾ, ਇਹ ਤਾਂ ਸੱਚ ਹੈ ਕਿ ਪਹਿਲਾ ਨਾਉ ਖੁਦਾਏ ਦਾ ਹੈ, ਪਰ ਦੂਜਾ ਨਾਉ ਰਸੂਲ ਨਹੀਂ। ਉਸ ਦੇ ਦਰ ਤੇ ਕਈ ਰਸੂਲ ਖੜੇ ਹਨ। ਉਸ ਦੀ ਦਰਗਾਹ ਵਿੱਚ ਕਬੂਲ ਹੋਣ ਲਈ ਕਲਮਾ ਨਹੀਂ, ਨੀਅਤ ਰਾਸ ਕਰਨ ਦੀ ਲੋੜ ਹੈ। ਪਹਿਲਾ ਨਾਉ ਖੁਦਾ ਦਾ, ਦਰ ਦਰਵਾਨ ਰਸੂਲ, ਸ਼ੇਖਾਂ ਨੀਅਤ ਰਾਸ ਕਰ ਅਤੇ ਦਰਗਾਹ ਪਾਵੇ ਕਬੂਲ। ਬੇਬੇ ਨਾਨਕੀ ਦਾ ਅਕਾਲ ਚਲਾਣਾ। ਪਸਰੂਰ ਤੋਂ ਆਪ ਜੀ ਤਲਵੰਡੀ, ਲਾਹੌਰ ਅਤੇ ਫਿਰ ਸੁਲਤਾਨਪੁਰ ਪੁੱਜੇ। ਉਹਨਾਂ ਦੇ ਸੁਲਤਾਨਪੁਰ ਪੁੱਜਣ ਤੋਂ ਦੂਜੇ ਦਿਨ ਬੇਬੇ ਨਾਨਕੀ 1518 ਦੇ ਅਖੀਰ ਅਕਾਲ ਚਲਾਣਾ ਕਰ ਗਏ। ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਬੇਬੇ ਨਾਨਕੀ ਦਾ ਸੰਸਕਾਰ ਕੀਤਾ। ਬੇਬੇ ਨਾਨਕੀ ਇੱਕ ਉਹ ਪਾਵਨ ਸ਼ਖਸੀਅਤ ਸਨ ਜਿਨ੍ਹਾਂ ਨੇ ਬਚਪਨ ਤੋਂ ਹੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਜਾਣ ਲਈ ਸੀ। ਬੇਬੇ ਨਾਨਕੀ ਅਤੇ ਗੁਰੂ ਨਾਨਕ ਦੇਵ ਜੀ ਦਾ ਪਿਆਰ ਵੀ ਜਗਤ ਪ੍ਰਸਿੱਧ ਹੈ। ਪਹਿਲੀ ਉਦਾਸੀ ਬਾਅਦ ਵੀ ਆਪ ਜੀ ਸਿੱਧੇ ਸੁਲਤਾਨਪੁਰ ਆਏ ਸਨ। ਇਸ ਵਾਰੀ ਵੀ ਸਫ਼ਰ ਦੀ ਥਕਾਨ ਬੇਸ਼ੱਕ ਬਹੁਤ ਸੀ, ਪਰ ਆਪ ਜੀ ਤਲਵੰਡੀ ਨਾ ਟਿਕੇ ਅਤੇ ਸੁਲਤਾਨਪੁਰ ਆਏ। ਰਬਾਬ ਜਦ ਨਵੀਂ ਬਣਵਾਈ ਤਾਂ ਵੀ ਭੈਣ ਜੀ ਕੋਲੋਂ ਹੀ ਰੁਪਏ ਲਏ ਸਨ। ਭਾਈ ਕਾਹਨ ਸਿੰਘ ਜੀ ਨੇ ਮਹਾਨ ਕੋਸ਼ ਵਿੱਚ ਲਿਖਿਆ ਹੈ, ਉਹ ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਧਾਰਨ ਵਾਲੀ ਸਭ ਤੋਂ ਪਹਿਲੀ ਸੀ। ਗੱਲ ਬਿਲਕੁਲ ਠੀਕ ਹੈ। ਗੁਰੂ ਨਾਨਕ ਦੇਵ ਜੀ ਨੂੰ ਬੇਬੇ ਨਾਨਕੀ ਨੇ ਵੀਰ ਕਰਕੇ ਨਹੀਂ, ਪੀਰ ਕਰਕੇ ਜਾਣਿਆ। ਇੱਕੋ ਉਦਾਹਰਣ ਹੀ ਬਹੁਤ ਹੈ ਕਿ ਜਦ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਮੋਦੀ ਖਾਨੇ ਦੀ ਕਾਰ ਸੰਭਾਲਣ ਲਈ ਪੁੱਜੇ ਤਾਂ ਬੇਬੇ ਨਾਨਕੀ ਨੇ ਪੈਰ ਛੂਹੇ। ਗੁਰੂ ਨਾਨਕ ਦੇਵ ਜੀ ਕੁਝ ਪਿੱਛੇ ਹਟ ਗਏ ਅਤੇ ਕਹਿਣ ਲੱਗੇ, ਬੇਬੇ ਜੀ ਵੱਡੀ ਹੈ, ਮੈਂ ਤੇਰੇ ਪੈਰਾਂ ਤੇ ਪਵਾਂ ਕਿ ਤੂੰ ਪਵੇਂ। ਤਾਂ ਸ਼ਰਧਾ ਵਿੱਚ ਭਿੱਜੀ ਭੈਣ ਨੇ ਕਿਹਾ, ਭਾਈ ਜੀ ਤੂੰ ਸੱਚ ਆਖਦਾ ਹੈ, ਪਰ ਜੇ ਤੂੰ ਆਦਮੀ ਹੋਵੇਂ ਤਾਂ ਤੂੰ ਤਾਂ ਪਰਮੇਸ਼ਰ ਨਜ਼ਰ ਆਉਂਦਾ ਹੈ। ਉਹ ਸਦਾ ਕਿਹਾ ਕਰਦੇ ਸਨ, ਨਾਨਕ ਕੋਈ ਇਸ ਜਗਤ ਦਾ ਜੀਵ ਨਹੀਂ, ਫਕੀਰ ਦੋਸਤ ਹੈ। ਇੱਕ ਵਾਰੀ ਜਦ ਗੁਰੂ ਨਾਨਕ ਦੇਵ ਜੀ ਦੀ ਸੱਸ ਚੰਨੋ ਨੇ ਸੁਲਤਾਨਪੁਰ ਆ ਕੇ ਕੁਝ ਵੱਧ ਘੱਟ ਗੱਲ ਕੀਤੀ ਤਾਂ ਬੇਬੇ ਨਾਨਕੀ ਜੀ ਨੇ ਜੋ ਉਸ ਸਮੇਂ ਕਿਹਾ, ਉਸ ਤੋਂ ਉਹਨਾਂ ਦਾ ਭੈਣ ਪਿਆਰ ਤਾਂ ਡਲਕਾ ਮਾਰਦਾ ਹੈ, ਪਰ ਗੁਰੂ ਜੀ ਦੀ ਸ਼ਖਸੀਅਤ ਦਾ ਇੱਕ ਹੋਰ ਪੱਖ ਵੀ ਉਗੜ ਆਉਂਦਾ ਹੈ। ਬੇਬੇ ਜੀ ਨੇ ਕਿਹਾ, ਸੁਣ ਮਾਸੀ ਜੀ, ਮੈਂ ਭਰਾਓ ਤੱਕ ਕੀ ਸਮਝਾਵਾਂ। ਭਰਾਓ ਮੇਰਾ ਚੋਰ ਨਹੀਂ, ਯਾਰ ਨਹੀਂ,
जुआरी नाही कोई बुरा काम नहीं करदा। मैं उसनूं क्या समझावां? ओह पुण्य दान करदा है, नंगे भुखे नूं दिंदा है तां अपनी खट्टी कमाई विचों करदा है। मैं की समझावां? अपनी कमाई विचों भावें सो करे। मासी तुसीं उलामे तां देवो, जे तेरी धी नंगी भुखी रहिंदी होवे तां तुसीं उलामे देंदे बणो अते मासी चंगे भले खांदे कमाउंदे नूं तां खुआर ना करो तां तुसीं जाणो तुसाडी खुशी। साडा मूंहों स्वाद नहीं दिंदा। असीं मूंहों कुਝ आखिਆ तू सुण मासी। गहणे दी जाए गहना है, कपड़े दी जाए कपड़ा है, अन्न दी जाए अन्न है अते मैं अस्त अस्त करदी रहिंदी हां अते भाबी बिना मैं इस मूंहों नाउं कदे सद्दिया नहीं। बेबे नानकी दा जन्म अपने नानके पिंड चाहल थाणा बरकी ਜ਼ਿਲ੍ਹਾ ਲਾਹੌਰ ਸਨ 1464 ਨੂੰ ਹੋਇਆ ਸੀ। 11 ਸਾਲ ਦੀ ਉਮਰ ਵਿੱਚ ਜੈ ਰਾਮ ਜੀ ਨਾਲ ਵਿਆਹ ਹੋ ਗਿਆ। ਜੈ ਰਾਮ ਜੀ ਨਾਨਕੀ ਜੀ ਨੂੰ ਕਿੰਨਾ ਆਦਰ ਦਿੰਦੇ ਸਨ, ਉਹ ਉਹਨਾਂ ਦੇ ਇੱਕ ਵਾਰੀ ਆਖੇ ਸ਼ਬਦਾਂ ਤੋਂ ਪ੍ਰਗਟ ਹੁੰਦਾ ਹੈ। ਜੈ ਰਾਮ ਜੀ ਨੇ ਕਿਹਾ ਸੀ, ਬਹੂ ਜੀ ਤੂੰ ਨਾਨਕ ਜੀ ਦੀ ਭੈਣ ਹੈ, ਤੈਨੂੰ ਵੀ ਇਸ ਦਾ ਕੁਝ ਅਸਰ ਹੈ ਅਤੇ ਅਸੀਂ ਇਵੇਂ ਭਰਮ ਵਿੱਚ ਭਟਕਦੇ ਹਾਂ। ਧੰਨ ਪਰਮੇਸ਼ਰ ਜੀ ਹੈ ਅਤੇ ਧੰਨ ਨਾਨਕ ਜੀ ਅਤੇ ਤੂੰ ਵੀ ਧੰਨ ਹੈ ਜੋ ਇਸ ਦੀ ਭੈਣ ਹੈ, ਪਰ ਥੋੜੇ ਥੋੜੇ ਅਸੀਂ ਵੀ ਧੰਨ ਹਾਂ ਜੋ ਤੇਰੇ ਨਾਲ ਸਾਡਾ ਸੰਜੋਗ ਹੈ। ਬੇਬੇ ਨਾਨਕੀ ਦੇ ਅਕਾਲ ਚਲਾਣੇ ਤੋਂ ਤੀਜੇ ਦਿਨ ਭਾਈ ਜੈ ਰਾਮ ਜੀ ਚੜ੍ਹਾਈ ਕਰ ਗਏ। ਉਹਨਾਂ ਦਾ ਵੀ ਸੰਸਕਾਰ ਗੁਰੂ ਪਾਤਸ਼ਾਹ ਨੇ ਹੱਥੀਂ ਕੀਤਾ ਅਤੇ ਕੁਝ ਦਿਨ ਉੱਥੇ ਟਿਕ ਕੇ ਫਿਰ ਤਲਵੰਡੀ ਆਏ। ਕਰਤਾਰਪੁਰ ਵਸਾਉਣ ਦੀ ਯੋਜਨਾ ਬਣਾਉਣ ਲੱਗੇ, ਪਰ ਅਜੇ ਤਾਂ ਉਹਨਾਂ ਇਸਲਾਮੀ ਕੇਂਦਰਾਂ ਤੇ ਜਾਣਾ ਸੀ। ਸੋ 1519 ਈਸਵੀ ਦੇ ਆਰੰਭ ਵਿੱਚ ਹੀ ਆਪ ਜੀ ਨੇ ਮੱਕੇ ਜਾਣ ਦੀ ਵਿਉਂਤ ਬਣਾ ਲਈ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਣਵਾਰੀ। ਅੱਜ ਅਸੀਂ ਬਲਿਓ ਚਿਰਾਗ ਕਿਤਾਬ ਦੇ 153 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।